ਸਮਰਲੈਂਡ ਕਸਬੇ 'ਚ ਕੀ ਹੋਇਆ ਕਿ ਇੱਕ ਪੰਜਾਬੀ ਪਰਿਵਾਰ ਹੈ, ਦੇਸੀ ਪਰਿਵਾਰ, ਉਹਨਾਂ ਦੇ ਘਰ ਦੇ ਬਾਹਰ ਕੁਝ ਅਗਿਆਤ ਲੋਕਾਂ ਨੇ ਆ ਕੇ ਨਸਲੀ ਨਾਅਰੇ ਲਿਖ ਦਿੱਤੇ, ਜਿਹਨੂੰ ਅਸੀਂ ਗ੍ਰੈਫਿਟੀ ਵੀ ਕਹਿ ਦਿੰਦੇ ਹਾਂ ਜੀ। ਉਹਨਾਂ ਦੇ ਬੱਚੇ UBC 'ਚ ਪੜ੍ਹਦੇ ਸੀ, ਉਚੇਚੇ ਤੌਰ 'ਤੇ ਸਾਰਾ ਸਫ਼ਰ ਗਾ ਕੇ ਉੱਥੇ ਗਏ ਕਿ ਉਹਨਾਂ ਨੂੰ ਚੇਤੇ ਵੀ ਨਹੀਂ ਸੀ ਕਿ ਇਹੋ ਜਿਹੀ ਘਟਨਾ ਵਾਪਰ ਸੀ। ਪਰ ਉਸ ਤੋਂ ਬਾਅਦ ਇੱਕ ਘਟਨਾ ਇਹ ਵੀ ਵਾਪਰੀ, ਜਦੋਂ ਇਹ ਰੈਲੀ ਕੱਢੀ ਗਈ ਤਾਂ ਕਿਸੇ ਵਿਅਕਤੀ ਨੇ ਉੱਥੇ ਜਿਹੜਾ ਕੌਨਫੈਡਰੇਟ ਝੰਡਾ ਉਹ ਚਲਾਇਆ। ਹੁਣ ਕੌਨਫੈਡਰੇਟ ਝੰਡਾ ਜਿਹੜਾ ਅਮਰੀਕਾ ਵਿੱਚ ਬਸਤੀਵਾਦ ਦੇ ਸਮੇਂ ਦੀ ਯਾਦ ਕਰਾਉਂਦਾ, ਉਸ ਝੰਡੇ ਦਾ ਵਿਰੋਧ ਅਮਰੀਕਾ 'ਚ ਲਗਾਤਾਰ ਹੋ ਰਿਹਾ। ਔਰ ਖਾਸ ਤੌਰ 'ਤੇ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਬਲੈਕ ਲਾਈਵਜ਼ ਮੈਟਰ ਨਾਂ ਦੀ ਜਿਹੜੀ ਤਹਿਰੀਕ ਚੱਲੀ ਹੈ ਦੁਬਾਰਾ, ਉਸ ਦੌਰਾਨ ਇਸ ਤਰ੍ਹਾਂ ਦੇ ਝੰਡੇ ਦੀ ਨਿਖੇਧੀ ਲਗਾਤਾਰ ਹੋਈ। ਹੁਣ ਜਿਹੜੀ ਟੋਨੀ ਬੂਟ ਆ, ਖੁਦ ਕਿਉਂਕਿ ਅਫਰੀਕੀ ਮੂਲ ਦੀ ਹੈ, ਅਫਰੀਕੀ ਕੈਨੇਡੀਅਨ ਕਹਿ ਸਕਦੇ ਆਪਾਂ ਉਹਨੂੰ, ਤਾਂ ਉਸਨੇ ਇਸ ਦਾ ਨੋਟਿਸ ਲਿਆ। ਫਿਰ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਇੱਕ ਸੱਜਣ ਕੌਣ ਸੀ ਜਿਹਨੇ ਝੰਡਾ ਚਲਾਇਆ। ਪੁੱਛਗਿੱਛ ਹੋਈ, ਪਤਾ ਇਹ ਲੱਗਾ ਕਿ ਉੱਥੋਂ ਦੇ ਕਿਸੇ ਸਟੋਰ 'ਚੋਂ ਹੀ ਝੰਡਾ ਖਰੀਦਿਆ ਗਿਆ ਸੀਗਾ। ਅੱਛਾ। ਫਿਰ ਉਹ ਜਾ ਕੇ ਸਟੋਰ 'ਚ ਵੇਖਿਆ, ਜਿੰਨਾ ਵੀ ਭੰਡਾਰ ਸੀ ਉਸ ਝੰਡਿਆਂ ਦਾ, ਉਹ ਸਾਰੇ ਦਾ ਸਾਰਾ ਮੇਅਰ ਨੇ ਖਰੀਦ ਲਿਆ। ਉਸਨੇ ਇਹ ਵੀ ਕਿਹਾ ਕਿ ਜਿਹੜੇ ਵਿਅਕਤੀ ਨੇ ਕੀਤਾ ਸੀਗਾ, ਅਸੀਂ ਉਸਨੂੰ ਮਾਫ਼ ਕਰਦਾ ਕਿਉਂਕਿ ਉਸਨੇ ਆਪਣੀ ਗਲਤੀ ਨੂੰ ਸਵੀਕਾਰ ਕਰ ਲਿਆ। ਤਾਂ ਜਾਰਜ ਫਲੋਇਡ ਦੀ ਕਿੱਸਾ ਅਸੀਂ ਵੇਖ ਰਹੇ ਹਾਂ, ਪਰ ਉਸ ਤੋਂ ਪਤਾ ਲੱਗਦਾ ਕਿ ਜਾਰਜ ਫਲੋਇਡ ਦੀ ਗੱਲ ਆਪਣੇ ਆਪ 'ਚ ਕੋਈ ਨਵੀਂ ਨਹੀਂ ਹੈ ਅਤੇ ਇਕੱਲੀ ਵੀ ਨਹੀਂ ਹੈ ਜੀ, ਪਹਿਲਾਂ ਵੀ ਘਟਨਾਵਾਂ ਹੋਈਆਂ। ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ 'ਚ ਹਾਰਦਿਕ ਸਵਾਗਤ ਹੈ। ਦੁਨੀਆ ਭਰ 'ਚ ਫੈਲ ਰਿਹਾ ਨਸਲਵਾਦ ਬੜਾ ਵੱਡਾ ਸੰਤਾਪ ਹੈ। ਚੈਨਲ ਪੰਜਾਬੀ ਦੇ ਮੰਚ 'ਤੇ ਅਸੀਂ ਸਮੇਂ-ਸਮੇਂ ਇਸ ਦਾ ਜ਼ਿਕਰ ਕਰਦੇ ਹਾਂ, ਪਰ ਕੁਝ ਤਾਜ਼ਾ ਘਟਨਾਵਾਂ ਐਸੀਆਂ ਵੀ ਨੇ ਜਿਨ੍ਹਾਂ 'ਚ ਇੱਕ ਪਾਸੇ ਨਸਲਵਾਦ ਦਾ ਪ੍ਰਭਾਵ ਅਤੇ ਘਟਨਾਵਾਂ, ਦੂਜੇ ਪਾਸੇ ਆਪਣੀ ਆਇਡੈਂਟੀਟੀ ਨੂੰ ਕਾਇਮ ਰੱਖਣ ਲਈ ਲੋਕਾਂ ਦੀ ਜੱਦੋ-ਜਹਿਦ। ਜਿਵੇਂ ਕਿ 20 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਸੰਨ 1999 ਨੂੰ 21ਵਾਂ ਸਾਲ ਹੈ ਕਿ ਜਦੋਂ ਕੈਨੇਡਾ ਦੀ ਧਰਤੀ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਵਿੱਚ 19 ਜੁਲਾਈ ਨੂੰ ਇੱਕ ਕੇਸ ਜਿੱਤਿਆ ਗਿਆ। ਉਹ ਕੇਸ ਸੀ ਹੈਲਮਟ ਬਿਨਾਂ ਜੋ ਮੋਟਰਸਾਈਕਲ ਡਰਾਈਵ ਕਰਨ ਦਾ ਦਸਤਾਰਧਾਰੀ ਸਿੱਖਾਂ ਦਾ ਕੇਸ। ਉਹ ਇੱਕ ਬੁਨਿਆਦ ਸੀ ਜਿਸ ਕਿਸਮ ਦੀ ਆਜ਼ਾਦੀ ਦੀ ਲੜਾਈ ਜਿਹੜੀ ਹੈ ਆਪਣੇ ਹੱਕਾਂ ਦੇ ਪ੍ਰਤੀ ਲੋਕ ਲੜ ਰਹੇ ਨੇ, ਜਿਨ੍ਹਾਂ ਦੇ ਵਿੱਚ ਅਵਤਾਰ ਸਿੰਘ ਜੀ ਢਿੱਲੋਂ ਅਤੇ ਉਹਨਾਂ ਦੀ ਸਮੂਹ ਟੀਮ ਸੰਘਰਸ਼ ਦੇ ਵਿੱਚ ਕਾਮਯਾਬ ਹੋਈ। ਸਾਰਿਆਂ ਦਾ ਉਦਮ ਸੀ ਮਿਲ ਜੁਲ ਕੇ। ਇਸੇ ਤਰ੍ਹਾਂ RCMP ਦੇ ਵਿੱਚ ਵੀ ਦਸਤਾਰ ਸਜਾਉਣ ਦਾ ਕੇਸ ਜਿੱਤਿਆ ਗਿਆ। ਇਸ ਤਰ੍ਹਾਂ ਪੁਲਿਸ ਤੋਂ ਬਾਅਦ ਹੋਰ ਵੱਖ-ਵੱਖ ਮੰਚਾਂ 'ਤੇ ਵੀ। ਲੇਕਿਨ ਇਸ ਦੇ ਨਾਲ ਨਾਲ ਇਹ ਕੇਵਲ ਸਿੱਖਾਂ ਦਾ ਆਇਡੈਂਟੀਟੀ ਦਾ ਇਸ਼ੂ ਨਹੀਂ ਹੈ, ਇੱਥੇ ਵੱਖ-ਵੱਖ ਨਸਲਾਂ ਦੇ ਵਾਸਤੇ ਸੰਘਰਸ਼ ਜਾਰੀ ਰਿਹਾ। ਉਹਨਾਂ ਦੇ ਵਿੱਚੋਂ ਮੂਲ ਵਾਸੀਆਂ 'ਤੇ ਜੋ ਤਸ਼ੱਦਦ ਹੋਏ ਉਹਨਾਂ ਦੀ ਗੱਲ ਅਸੀਂ ਅਕਸਰ ਕਰਦੇ ਹਾਂ, ਸਿਆਹ ਰੰਗ ਦੇ ਲੋਕਾਂ ਦੇ ਉੱਪਰ ਜ਼ੁਲਮ ਹੋਏ ਉਹਨਾਂ ਦੀ ਗੱਲ ਕਰਦੇ ਹਾਂ। ਹੁਣ ਇੱਕ ਘਟਨਾ ਜਿਹੜੀ ਹੈ ਕਿ ਕੁਝ ਇੱਕ ਨੁਕਤਿਆਂ 'ਤੇ ਵਿਚਾਰਨ ਵਾਲੀ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੇ ਕੁਝ ਸ਼ਹਿਰਾਂ ਦੇ ਵਿੱਚ ਐਸੀਆਂ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ 'ਚ ਮੁੜ ਨਸਲਵਾਦ ਸਿਰ ਚੁੱਕ ਰਿਹਾ। ਉਹਨਾਂ ਦੇ ਖਿਲਾਫ ਸੰਘਰਸ਼ ਕਰਨ ਵਾਲੇ ਲੋਕ ਕੌਣ ਨੇ, ਉਹਨਾਂ ਦੇ ਵਿਰੁੱਧ ਆਵਾਜ਼ ਬੁਲੰਦ ਕਿਵੇਂ ਕਰਨੀ ਹੈ ਅਤੇ ਅੰਤਰਰਾਸ਼ਟਰੀ ਮੰਚ 'ਤੇ ਵੀ ਇਹ ਰੇਸਿਜ਼ਮ ਦੇ ਖਿਲਾਫ ਕਿਵੇਂ ਲੜਨਾ, ਇਸ ਗੱਲ ਦੇ ਉੱਪਰ ਵਿਚਾਰ ਕਰਨ ਲਈ ਅੱਜ ਸਾਡੇ ਨਾਲ ਸਟੂਡੀਓ 'ਚ ਨੇ ਗੁਰਪ੍ਰੀਤ ਸਿੰਘ ਜੀ, ਜਿਹੜੇ ਕਿ ਵੱਖ-ਵੱਖ ਤਾਜ਼ਾ ਘਟਨਾਵਾਂ 'ਤੇ ਵੀ ਰੋਸ਼ਨੀ ਪਾਉਣਗੇ ਅਤੇ ਸਾਰੀ ਗੱਲਬਾਤ ਸਾਂਝੀ ਕਰਨਗੇ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ ਜੀ, ਸਵਾਗਤ ਹੈ ਤੁਹਾਡਾ। ਬਹੁਤ ਸ਼ੁਕਰੀਆ ਗੁਰਦਿੱਤ ਸਿੰਘ ਜੀ, ਮੰਚ ਮੁਹੱਈਆ ਕਰਨ ਲਈ ਧੰਨਵਾਦ ਤੁਹਾਡਾ। ਸ਼ੁਕਰੀਆ ਜੀ। ਜਿਵੇਂ ਅਸੀਂ ਗੱਲ ਅਕਸਰ ਨਸਲਵਾਦ ਦੀ ਕਰਦੇ ਹਾਂ, ਇਸ ਤੋਂ ਪਹਿਲਾਂ ਕਿ ਇਸ ਵਿਸ਼ੇ ਨੂੰ ਅੱਗੇ ਤੋਰੀਏ, ਕੁਝ ਤਾਜ਼ਾ ਘਟਨਾਵਾਂ ਜਿਹੜੀਆਂ ਧਿਆਨ ਗੋਚਰ ਹੋਈਆਂ ਨੇ ਉਹਨਾਂ 'ਤੇ ਰੌਸ਼ਨੀ ਪਾਓ। ਦੇਖੋ, ਇੱਕ ਤਾਂ ਜਿਹੜੀ ਸਭ ਤੋਂ ਵੱਡੀ ਘਟਨਾ ਜਿਹੜੀ ਹੁਣ ਹਾਲ ਹੀ 'ਚ ਵਾਪਰੀ ਹੈ ਜੀ BC 'ਚ, ਸਮਰਲੈਂਡ ਇਲਾਕੇ 'ਚ। ਸਮਰਲੈਂਡ ਕਸਬੇ 'ਚ ਕੀ ਹੋਇਆ ਕਿ ਇੱਕ ਪੰਜਾਬੀ ਪਰਿਵਾਰ ਹੈ, ਦੇਸੀ ਪਰਿਵਾਰ, ਉਹਨਾਂ ਦੇ ਘਰ ਦੇ ਬਾਹਰ ਕੁਝ ਅਗਿਆਤ ਲੋਕਾਂ ਨੇ ਆ ਕੇ ਨਸਲੀ ਨਾਅਰੇ ਲਿਖ ਦਿੱਤੇ, ਜਿਹਨੂੰ ਅਸੀਂ ਗ੍ਰੈਫਿਟੀ ਵੀ ਕਹਿ ਦਿੰਦੇ ਹਾਂ ਜੀ। ਤੋੜ ਭੰਨ ਵੀ ਕੀਤੀ ਗਈ। ਸੋ ਪਰਿਵਾਰ ਕਾਫੀ ਖੌਫਜ਼ਦਾ ਸੀਗਾ। ਸੋ ਉਹਨਾਂ ਦੇ ਬੱਚੇ UBC 'ਚ ਪੜ੍ਹਦੇ ਸੀ, ਉਚੇਚੇ ਤੌਰ 'ਤੇ ਸਾਰਾ ਸਫ਼ਰ ਗਾ ਕੇ ਉੱਥੇ ਗਏ ਕਿ ਉਹਨਾਂ ਨੂੰ ਚੇਤੇ ਵੀ ਨਹੀਂ ਸੀ ਕਿ ਇਹੋ ਜਿਹੀ ਘਟਨਾ ਵਾਪਰ ਸਕਦੀ। ਉਸ ਤੋਂ ਬਾਅਦ ਉਸ ਇਲਾਕੇ ਦੇ ਲੋਕ ਸੜਕਾਂ 'ਤੇ ਵੀ ਨਿਕਲੇ ਨੇ, ਉਹਨਾਂ ਨੇ ਕਾਰ ਰੈਲੀ ਕੱਢੀ। COVID-19 ਕਰਕੇ ਉਸ ਤਰ੍ਹਾਂ ਦੀ ਰੈਲੀਆਂ ਕਰਨੀਆਂ ਔਖੀਆਂ ਨੇ, ਪਰ ਕਾਰ ਰੈਲੀ ਉਹਨਾਂ ਨੇ ਕੱਢੀ। ਸੋ ਸਮਰਲੈਂਡ ਦੀ ਜਿਹੜੀ ਮੇਅਰ ਹੈ ਟੋਨੀ ਬੂਟ, ਜਿਹੜੀ ਖੁਦ ਵੀ ਸਿਆਹ ਨਸਲ ਦੀ ਹੈ, ਉਸਨੇ ਵੀ ਨੋਟਿਸ ਲਿਆ ਇਸ ਗੱਲ ਦਾ। ਸੋ ਇਹ ਬਹੁਤ ਵੱਡੀ ਘਟਨਾ ਸੀ ਆਪਣੇ ਆਪ 'ਚ, ਜਿਸਨੇ ਪੂਰੇ ਕੈਨੇਡਾ ਦੇ ਮੀਡੀਆ ਦਾ ਧਿਆਨ ਖਿੱਚਿਆ। ਪਰ ਉਸ ਤੋਂ ਬਾਅਦ ਇੱਕ ਘਟਨਾ ਇਹ ਵੀ ਵਾਪਰੀ, ਜਦੋਂ ਇਹ ਰੈਲੀ ਕੱਢੀ ਗਈ ਤਾਂ ਕਿਸੇ ਵਿਅਕਤੀ ਨੇ ਉੱਥੇ ਜਿਹੜਾ ਕੌਨਫੈਡਰੇਟ ਝੰਡਾ ਉਹ ਚਲਾਇਆ। ਹੁਣ ਕੌਨਫੈਡਰੇਟ ਝੰਡਾ ਜਿਹੜਾ ਅਮਰੀਕਾ ਵਿੱਚ ਬਸਤੀਵਾਦ ਦੇ ਸਮੇਂ ਦੀ ਯਾਦ ਕਰਾਉਂਦਾ, ਉਹਨਾਂ ਲੋਕਾਂ ਦੀ ਯਾਦ ਕਰਾਉਂਦਾ ਜਿਹੜੇ ਅਮਰੀਕਾ ਦੇ ਵਿੱਚ ਖਾਸ ਕਿਸਮ ਦੀ ਇੱਕੋ ਨਸਲ ਦੀ ਉੱਚਤਾ ਅਤੇ ਉੱਤਮਤਾ ਦੀ ਗੱਲ ਕਰਦੇ। ਉਸ ਝੰਡੇ ਦਾ ਵਿਰੋਧ ਅਮਰੀਕਾ 'ਚ ਲਗਾਤਾਰ ਹੋ ਰਿਹਾ। ਔਰ ਖਾਸ ਤੌਰ 'ਤੇ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਬਲੈਕ ਲਾਈਵਜ਼ ਮੈਟਰ ਨਾਂ ਦੀ ਜਿਹੜੀ ਤਹਿਰੀਕ ਚੱਲੀ ਹੈ ਦੁਬਾਰਾ, ਉਸ ਦੌਰਾਨ ਇਸ ਤਰ੍ਹਾਂ ਦੇ ਝੰਡੇ ਦੀ ਨਿਖੇਧੀ ਲਗਾਤਾਰ ਹੋਈ ਹੈ। ਅਨੇਕਾਂ ਵਾਦਗਰ ਸ਼ਖਸੀਅਤਾਂ ਦੇ ਬੁੱਤ ਵੀ ਢਾਏ ਗਏ ਨੇ। ਇਹੋ ਜਿਹੇ ਮਾਹੌਲ ਦੇ ਵਿੱਚ ਜਦੋਂ ਉਹ ਝੰਡਾ ਉੱਥੇ ਚਲਾਇਆ ਗਿਆ, ਉਹ ਚਿੰਤਾ ਦਾ ਵਿਸ਼ਾ ਬਣਿਆ। ਹੁਣ ਜਿਹੜੀ ਟੋਨੀ ਬੂਟ ਆ, ਖੁਦ ਕਿਉਂਕਿ ਅਫਰੀਕੀ ਮੂਲ ਦੀ ਹੈ,
ਅਫਰੀਕੀ ਕੈਨੇਡੀਅਨ ਕਹਿ ਸਕਦੇ ਆਪਾਂ ਉਹਨੂੰ, ਤਾਂ ਉਸਨੇ ਇਸ ਦਾ ਨੋਟਿਸ ਲਿਆ। ਫਿਰ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਇੱਕ ਸੱਜਣ ਕੌਣ ਸੀ ਜਿਹਨੇ ਝੰਡਾ ਚਲਾਇਆ। ਪੁੱਛਗਿੱਛ ਹੋਈ, ਪਤਾ ਇਹ ਲੱਗਾ ਕਿ ਉੱਥੋਂ ਦੇ ਕਿਸੇ ਸਟੋਰ 'ਚੋਂ ਹੀ ਝੰਡਾ ਖਰੀਦਿਆ ਗਿਆ ਸੀਗਾ। ਅੱਛਾ। ਫਿਰ ਉਹ ਜਾ ਕੇ ਸਟੋਰ 'ਚ ਵੇਖਿਆ ਜਿੰਨਾ ਵੀ ਭੰਡਾਰ ਸੀ ਉਸ ਝੰਡਿਆਂ ਦਾ, ਉਹ ਸਾਰੇ ਦਾ ਸਾਰਾ ਮੇਅਰ ਨੇ ਖਰੀਦ ਲਿਆ ਔਰ ਉਸਨੂੰ ਨਸ਼ਟ ਕੀਤਾ। ਉਸਨੇ ਕਿਹਾ ਕਿ ਝੰਡਾ ਅਸੀਂ ਚੁਰਾਉਣ ਨਹੀਂ ਦੇਵਾਂਗੇ। ਉਸਨੇ ਇਹ ਵੀ ਕਿਹਾ ਕਿ ਜਿਹੜੇ ਵਿਅਕਤੀ ਨੇ ਕੀਤਾ ਸੀਗਾ ਅਸੀਂ ਉਸਨੂੰ ਮਾਫ ਕਰਦਾ, ਕਿਉਂਕਿ ਉਸਨੇ ਆਪਣੀ ਗਲਤੀ ਨੂੰ ਸਵੀਕਾਰ ਕਰ ਲਿਆ। ਚਲੋ ਖੈਰ ਉਹ ਤਾਂ ਗੱਲ ਵੱਖਰੀ ਹੈ, ਪਰ ਇਹ ਜਿਹੜੀਆਂ ਗੱਲਾਂ ਇਹ ਦੱਸਦੀਆਂ ਨੇ ਕਿ ਅਮਰੀਕਾ ਤੱਕ ਸੀਮਿਤ ਨਹੀਂ ਹੈ ਸਮੱਸਿਆ, ਇਹ ਇੱਧਰ ਵੀ ਹੈ ਜੀ। ਕਈ ਵਾਰੀ ਲੋਕ ਸੋਚਦੇ ਕਿ ਟਰੰਪ ਉੱਥੇ ਆ ਗਿਆ, ਉੱਥੇ ਕੂ ਕਲਕਸ ਕਲੈਨ ਦੀ ਗੱਲ ਹੋ ਰਹੀ ਹੈ, ਪਰ ਲੋਕ ਭੁੱਲ ਜਾਂਦੇ ਕਿ ਨਸਲਵਾਦ ਸਾਡੇ ਇੱਥੇ ਵੀ ਹੈ। ਜਿਵੇਂ ਇੱਥੇ ਮੂਲ ਵਾਸੀਆਂ ਤੁਸੀਂ ਜ਼ਿਕਰ ਕੀਤਾ, ਉਹਨਾਂ ਨੂੰ ਬੇਦਖਲ ਕਰਕੇ ਇੱਕ ਨੇਸ਼ਨ ਸਟੇਟ ਉਸਾਰੀ ਕੀਤੀ ਗਈ। ਜੇ ਪੁਰਾਣੀਆਂ ਗੱਲਾਂ ਕਰੀਏ, ਚੀਨੀ ਭਾਈਚਾਰੇ ਦੇ ਲੋਕਾਂ ਤੇ ਹੈਡ ਟੈਕਸ ਲਾਇਆ ਗਿਆ, ਸਾਡੇ ਬਜ਼ੁਰਗਾਂ ਨਾਲ ਜ਼ਿਆਦਤੀਆਂ ਹੋਈਆਂ, ਵੋਟ ਪਾਉਣ ਦਾ ਹੱਕ ਖੋਲਿਆ ਗਿਆ, ਕਾਮਾਕਾਟਾ ਮਾਰੂ ਦਾ ਜਹਾਜ਼ ਦਾ ਕਾਂਡ ਹੋਇਆ, ਅਨੇਕਾਂ ਮਿਸਾਲਾਂ ਨੇ। ਪਰ ਇੱਥੇ ਵੀ ਨਸਲਵਾਦ ਜਾਰੀ ਹੈ। ਟਰੰਪ ਦੇ ਆਉਣ ਦੇ ਸਮੇਂ ਦੌਰਾਨ ਅਸੀਂ ਵੇਖਿਆ ਕਿਵੇਂ ਮਿਸ਼ਨ ਇਲਾਕੇ ਵਿੱਚ ਐਬਟਸਫੋਰਡ 'ਚ ਕੂ ਕਲਕਸ ਕਲਾਨ ਨੇ ਇਸ਼ਤਿਹਾਰ ਵੰਡੇ ਆਪਣੇ। ਸੋ ਇਸ ਤਰ੍ਹਾਂ ਦੀਆਂ ਘਟਨਾਵਾਂ ਬਹੁਤ ਵਾਪਰੀਆਂ। ਸੋ ਇਹ ਸਾਰੀਆਂ ਨੂੰ ਆਪਾਂ ਸਮਝਣ ਦੀ ਲੋੜ ਹੈ। ਔਰ ਨਾਲ ਦੀ ਨਾਲ ਜਿਹੜੀ ਇੱਕ ਨਵੀਂ ਗੱਲ ਇਹ ਹੋਈ ਹੈ ਕਿ ਵੈਨਕੂਵਰ ਦੀ ਪੁਲਿਸ ਨੇ ਮੰਨਿਆ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਮਹਾਮਾਰੀ ਦੇ ਦੌਰਾਨ ਨਸਲਵਾਦ ਦੀਆਂ ਘਟਨਾਵਾਂ 'ਚ ਦੁੱਗਣਾ ਵਾਧਾ ਹੋਇਆ ਜੀ। ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੈਨਕੂਵਰ ਦੇ ਵਿੱਚ 155 ਨਸਲੀ ਘਟਨਾਵਾਂ ਦੇ ਮਾਮਲੇ ਰੌਸ਼ਨੀ 'ਚ ਆਏ ਔਰ ਇਸੇ ਸਮੇਂ ਦੌਰਾਨ ਪਿਛਲੇ ਸਾਲ ਅਜਿਹੀਆਂ 69 ਘਟਨਾਵਾਂ ਵਾਪਰੀਆਂ ਸੀਗੀਆਂ, ਯਾਨੀ ਕਿ ਦੁੱਗਣਾ ਵਾਧਾ ਹੋਇਆ। ਔਰ ਮਹਾਮਾਰੀ ਦੇ ਮੱਦੇਨਜ਼ਰ ਏਸ਼ੀਆਈ ਮੂਲ ਦੇ ਲੋਕਾਂ ਦੇ ਖਿਲਾਫ ਆਮ ਤੌਰ 'ਤੇ ਚੀਨੀ ਮੂਲ ਦੇ ਲੋਕਾਂ ਦੇ ਖਿਲਾਫ ਖਾਸ ਤੌਰ 'ਤੇ ਨਸਲਵਾਦ ਕਾਫੀ ਵਧਿਆ ਜੀ। ਕਿੰਨੀਆਂ ਘਟਨਾਵਾਂ ਹੋ ਚੁੱਕੀਆਂ, ਉਸ ਤੋਂ ਪਹਿਲਾਂ ਵੀ ਇਸੇ ਮੰਚ ਤੋਂ ਗੱਲਬਾਤ ਕਰ ਚੁੱਕੇ ਹਾਂ। ਸੋ ਇਹ ਸਾਰੀਆਂ ਘਟਨਾਵਾਂ ਦੱਸ ਰਹੀਆਂ ਨੇ ਕਿ ਸਭ ਅੱਛਾ ਨਹੀਂ ਹੈ, ਲੋਕ ਧਿਆਨ ਦੇਣ। ਖਾਸ ਤੌਰ 'ਤੇ ਸਾਡੇ ਗਦਰੀ ਬਾਬਿਆਂ ਨੇ ਨਸਲਵਾਦ ਦੇ ਖਿਲਾਫ ਲੜਾਈ ਲੜੀ, ਉਹ ਲੜਾਈ ਅੱਜ ਵੀ ਜਾਰੀ ਹੈ, ਅਧੂਰੀ ਹੈ, ਅਜੇ ਪੂਰੀ ਨਹੀਂ ਹੋਈ। ਸੋ ਜੇ ਅਸੀਂ ਮੇਵਾ ਸਿੰਘ ਨੂੰ ਯਾਦ ਕਰਦੇ ਹਾਂ, ਕਾਮਾਕਾਟਾ ਮਾਰੂ ਨੂੰ ਯਾਦ ਕਰਦੇ ਹਾਂ, ਸਾਨੂੰ ਇਹਨਾਂ ਗੱਲਾਂ ਉੱਤੇ ਨਿਸ਼ਾਨਦੇਹੀ ਕਰਨ ਦੀ ਲੋੜ ਹੈ। ਮੈਂ ਦੇਖਦਾ ਸੀ ਕਿ ਇਹਨਾਂ ਬਜ਼ੁਰਗਾਂ ਨੇ ਸਾਡਿਆਂ ਨੇ ਜੋ ਸੰਘਰਸ਼ ਕੀਤਾ, ਉਸ ਸੰਘਰਸ਼ ਨੂੰ ਜਾਰੀ ਰੱਖਣ ਵਾਲੇ ਲੋਕ ਅੱਜ ਦੀ ਤਾਰੀਖ 'ਚ ਵੀ ਮੌਜੂਦ ਨੇ। ਜੇ ਉਸ ਵੇਲੇ ਜਿਹੜੀ ਆਪਣੀ ਆਇਡੈਂਟੀਟੀ ਦੇ ਨਾਲ ਗਦਰੀ ਬਾਬੇ ਜਿਹੜੇ ਇੱਥੇ ਕਾਇਮ ਰਹੇ, ਨਸਲਵਾਦ ਦੇ ਖਿਲਾਫ ਵੀ ਲੜਦੇ ਰਹੇ, ਬਸਤੀਵਾਦ ਦੇ ਖਿਲਾਫ ਵੀ ਲੜਦੇ ਰਹੇ, ਅਤੇ ਉਸ ਸੰਘਰਸ਼ ਦੇ ਵਿੱਚ ਉਹਨਾਂ ਨੇ ਸਾਮਰਾਜ ਨੂੰ ਜਿਵੇਂ ਚੁਣੌਤੀ ਦਿੱਤੀ। ਉਸ ਤੋਂ ਬਾਅਦ ਕੈਨੇਡਾ ਦੀ ਧਰਤੀ 'ਤੇ ਫਿਰ ਹੱਕਾਂ ਦੀ ਲੜਾਈ ਹੋਈ। ਤਾਜ਼ਾ ਜੇ ਪਿਛਲੇ 20 ਸਾਲਾਂ ਦੀ ਗੱਲ ਕਰੀਏ, ਐਸੀਆਂ ਬਹੁਤ ਮੰਚਾਂ 'ਤੇ ਲੜਾਈਆਂ ਹੋਈਆਂ, ਸੰਘਰਸ਼ ਹੋਏ, ਜਿੱਤਾਂ ਹਾਸਲ ਹੋਈਆਂ। ਸੋ ਉਹ ਲੋਕ ਜਿਨ੍ਹਾਂ ਨੇ ਇਸ ਆਇਡੈਂਟੀ ਨੂੰ ਕਾਇਮ ਰੱਖਣ ਦੇ ਵਾਸਤੇ, ਤੇ ਇਹ ਵੀ ਜਿਹੜੀ ਪਰੰਪਰਾ ਜਿਹੜੀ ਹੈ ਪਿਰਤੇ ਤੋੜਨ ਲਈ ਕਿ ਇੱਕ ਹੀ ਜਾਤ ਦੀ ਬਹੁਲਤਾ, ਉੱਚਤਾ ਜਾਂ ਉੱਤਮਤਾ ਹੈ, ਉਸ ਨੂੰ ਤੋੜਿਆ ਉਹਨਾਂ ਨੇ। ਇਸ ਦੀ ਮਿਸਾਲ ਆ ਜਿਹੜੇ ਨੌਜਵਾਨ ਜਿਨ੍ਹਾਂ ਨੇ ਸੰਘਰਸ਼ ਕੀਤਾ ਕਿ ਮੋਟਰਸਾਈਕਲ ਚਲਾਉਣਾ ਵਿਦਆਊਟ ਹੈਲਮਟ, ਦਸਤਾਰ ਦੀ ਲੜਾਈ ਜਿੱਤੀ। ਅੱਜ ਅਵਤਾਰ ਸਿੰਘ ਜੀ ਢਿੱਲੋਂ ਤੇ ਉਹਨਾਂ ਦੇ ਸਾਥੀ ਇਸ ਗੱਲ ਨੂੰ ਜਿੱਤ ਨੂੰ ਸਾਹਮਣੇ ਰੱਖ ਰਹੇ ਨੇ। ਦੇਖੋ, ਅਵਤਾਰ ਸਿੰਘ ਢਿੱਲੋਂ ਹੁਣੀ ਹੋਏ ਜਾਂ ਬਲਤੇਜ ਸਿੰਘ ਢਿੱਲੋਂ, ਇਹਨਾਂ ਲੋਕਾਂ ਦੀ ਸੰਘਰਸ਼ ਕਰਕੇ ਅੱਜ ਉਹਨਾਂ ਨੂੰ ਇਹੋ ਜਿਹੇ ਰੁਤਬੇ ਮਿਲੇ ਨੇ। ਦਸਤਾਰਾਂ ਸਜਾ ਕੇ ਉਹ ਆਪਣੇ ਜੌਬ ਵੀ ਕਰ ਰਹੇ ਨੇ, ਮੋਟਰਸਾਈਕਲ ਵੀ ਚਲਾ ਰਹੇ ਆ। ਪਰ ਉਹ ਵੀ ਲੜਾਈ ਅਜੇ ਮੁਕੰਮਲ ਨਹੀਂ ਹੋਈ, ਕਿਉਂਕਿ ਜਿਹੜੀ ਅਵਤਾਰ ਸਿੰਘ ਢਿੱਲੋਂ ਉਹਨਾਂ ਦੀ ਲੜਾਈ ਸੀਗੀ ਉਹ ਸਿਰਫ ਮੋਟਰਸਾਈਕਲ ਦਾ ਇੱਕ ਲੜਾਈ ਦਾ ਪਹਿਲਾ ਹਿੱਸਾ। ਕੰਮਾਂ ਕਾਰਾਂ ਤੇ ਅਜੇ ਵੀ ਰੋਕਾਂ ਨੇ ਹੈਗੀਆਂ, ਔਰ ਉਹਨਾਂ ਨੇ ਲੜਾਈ ਮਤਲਬ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਅਜੇ ਤੱਕ ਉਹ ਕਾਮਯਾਬ ਤਾਂ ਨਹੀਂ ਹੋ ਸਕੇ, ਪਰ ਉਹ ਲੜਾਈ ਉਹਨਾਂ ਨੇ ਜਾਰੀ ਰੱਖੀ ਹੋਈ ਜੀ। ਹੁਣ ਉਮੀਦ ਉਹਨਾਂ ਨੂੰ ਇਹ ਕਿ ਚਲੋ BC ਵਿੱਚ ਜਿਵੇਂ ਹੁਣ ਵਰਕਸੇ BC ਨਾਲ ਸਲਾਹਕਾਰ ਦੇ ਤੌਰ ਤੇ ਲਿਆ ਗਿਆ ਬਲਤੇਜ ਸਿੰਘ ਢਿੱਲੋਂ ਨੂੰ, ਉਮੀਦ ਕੀਤੀ ਜਾ ਰਹੀ ਸ਼ਾਇਦ ਕੋਈ ਨਿਕਲੇ। ਜਿਹੜੇ ਲੇਬਰ ਮੰਤਰੀ ਨੇ ਸਾਡੇ ਆਪਣੇ ਭਾਈਚਾਰੇ ਦੇ ਨੇ, ਉਹਨਾਂ ਤੋਂ ਉਮੀਦਾਂ ਲਾ ਕੇ ਲੋਕ ਬੈਠੇ ਨੇ, ਪਰ ਅਗਾਂਹ ਕੀ ਹੁੰਦਾ ਤਾਂ ਸਮਾਂ ਦੱਸੂਗਾ। ਪਰ ਉਹ ਲੜਾਈ ਅੱਜ ਵੀ ਜਾਰੀ ਹੈ। ਅੱਜ ਵੀ ਦਸਤਾਰ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਖੜੀਆਂ ਹੁੰਦੀਆਂ ਨੇ। ਔਰ ਇੱਕ ਦੋ ਥਾਵਾਂ 'ਤੇ ਤਾਂ ਇਹੋ ਜਿਹੇ ਵੀ ਸਮਾਚਾਰ ਸਾਨੂੰ ਸੁਣਨ 'ਚ ਮਿਲੇ ਆ ਕਿ ਕੋਈ 12 ਦੇ ਵਿੱਚ ਜੇ ਕੋਈ ਦਸਤਾਰਧਾਰੀ ਗਿਆ, ਉਸਦਾ ਮਜ਼ਾਕ ਉਡਾਇਆ ਗਿਆ, ਉਹਦੀ ਬੇਇੱਜ਼ਤੀ ਹੋਈ। ਸੋ ਇਹ ਮਸਲਾ ਅਜੇ ਹੱਲ ਨਹੀਂ ਪੂਰੀ ਤਰ੍ਹਾਂ ਹੋਇਆ। ਫਿਰ ਦੂਸਰਾ, ਦਸਤਾਰਧਾਰੀਆਂ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਣਾ। ਸੋ ਇਸ ਕਰਕੇ ਚੁਣੌਤੀਆਂ ਜੇ ਬਹੁਤ ਨੇ, ਔਰ ਖਾਸ ਤੌਰ 'ਤੇ ਟਰੰਪ ਦੇ ਆਉਣ ਤੋਂ ਬਾਅਦ ਚੁਣੌਤੀਆਂ ਲਗਾਤਾਰ ਵਧੀਆਂ ਜੀ। ਪਿੱਛੇ ਜੇ ਵੀ ਕਿਸੇ ਸਿੱਖ ਰੈਸਟੋਰੈਂਟ ਮਾਲਕ ਦੇ ਉੱਤੇ ਅਮਰੀਕਾ 'ਚ ਹਮਲਾ ਹੋਇਆ, ਉਹਦੇ ਰੈਸਟੋਰੈਂਟ 'ਤੇ। ਸੋ ਇਸ ਕਰਕੇ ਜਿਹੜਾ ਅਸੀਂ ਇਹ ਸੋਚੀਏ ਕਿ ਚਲੋ ਪ੍ਰਾਪਤੀਆਂ ਹੋ ਗਈਆਂ, ਜਿਹਦੇ ਕਰਕੇ ਅੱਜ ਬਲਦੇਵ ਸਿੰਘ ਢਿੱਲੋਂ ਐਡੇ ਵਧੀਆ ਰੁਤਬੇ 'ਤੇ ਬੈਠੇ ਆ, ਅਵਤਾਰ ਸਿੰਘ ਢਿੱਲੋਂ ਅੱਜ ਜਦੋਂ ਮੋਟਰਸਾਈਕਲ 'ਤੇ ਗੇੜਾ ਦਿੰਦੇ ਆ ਤੇ ਕਈਆਂ ਨੂੰ ਚਾਅ ਚੜ੍ਹ ਜਾਂਦਾ। पर वो लड़ाई अजय काफ़ी नहीं है जी, मतलब उस तो अगाह भी जाने की लोड़ है। बिल्कुल जी, सितारों से आगे यहाँ और भी हैं, अभी इश्क में इम्तिहान और भी हैं, बहुत सारे लगातार संघर्ष चल रहे हैं। पर जदों असीं ये देखते हैं कि इत्थे जिवें आ ताज़ा घटना तुसीं एक शहर की प्रतीक वजों दसती, तो बहुत सारे ਜਿਹੜੇ ਅੰਦਰੋਂ ਅੰਦਰ ਜਿਹਨੂੰ ਕਹਿ ਸਕਦੇ ਹਾਂ ਕਿ ਉਬਲ ਰਿਹਾ ਬੜਾ ਕੁਝ ਹੈ ਨਾ, ਧੁੱਖ ਰਿਹਾ ਗੋੜਾ ਜਿਸ ਕਿਸਮ ਦਾ, ਉਸ ਨੂੰ ਲੈ ਕੇ ਚਿੰਤਤ ਅਸੀਂ ਹਾਂ। ਹੁਣ ਹਾਲ ਹੀ ਦੇ ਵਿੱਚ ਅਮਰੀਕਾ ਦੇ ਵਿੱਚ ਨਸਲਵਾਦ ਦੇ ਖਿਲਾਫ ਲੜਨ ਵਾਲੇ ਇੱਕ ਸੂਰਵੀਰ ਯੋਧੇ ਦਾ ਦੇਹਾਂਤ ਹੋਇਆ।
ਇੱਕ ਯੋਧਾ ਜਿਹੜਾ ਹੈ ਉਸ ਦਾ ਜਨਮ ਦਿਨ ਵੀ ਨੈਲਸਨ ਮੰਡੇਲਾ ਦਾ ਪਿਛਲੇ ਦਿਨੀ ਮਨਾਇਆ ਗਿਆ। ਜੌਨ ਲੂਇਸ। ਅੰਤਰਰਾਸ਼ਟਰੀ ਪੱਧਰ ਤੇ ਬਹੁਤ ਕੁਝ ਐਸਾ ਦੋਨੇ ਪਾਸੇ ਲੋਕ ਜਿਹੜੇ ਲੱਗੇ ਹੋਏ ਨੇ ਤੇ ਅਸੀਂ ਕਿਹੜੀ ਢਾਣੀ 'ਚ ਸ਼ਾਮਲ ਹੋਣਾ, ਸਾਡਾ ਇੱਥੇ ਚੋਣ ਸਾਨੂੰ ਕਰਨੀ ਪਏਗੀ। ਦੇਖੋ ਗੱਲ ਇਸ ਤਰ੍ਹਾਂ ਕਿ ਜੌਨ ਲੂਇਸ ਆਪਣਾ ਜੋ ਯੋਗਦਾਨ ਸੀਗਾ ਬਣਦਾ ਸਰਦਾ ਪਾ ਕੇ ਸੰਸਾਰ ਤੋਂ ਚੱਲ ਵਸੇ ਜੀ। ਨੈਲਸਨ ਮੰਡੇਲਾ ਦਾ ਜਨਮ ਦਿਨ ਵੀ ਸੀਗਾ, ਉਹਨਾਂ ਨੇ ਵੀ ਇਦਾਂ ਹੀ ਕੀਤਾ, ਲੋਕਾਂ ਨੂੰ ਇੱਕ ਸੇਧ ਦਿੱਤੀ ਹਾਂਜੀ। ਔਰ ਇੱਕ ਪਨੀਰੀ ਉਹਨਾਂ ਦਾ ਕਰਕੇ ਤਿਆਰ ਹੋਈ ਨਸਲਵਾਦ ਦੇ ਖਿਲਾਫ, ਜ਼ਿਆਦਤੀਆਂ ਦੇ ਖਿਲਾਫ। ਤੇ ਜੌਨ ਲੂਇਸ ਨੂੰ ਅੱਜ ਵੀ ਜਦੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਸੀ ਉਹਨਾਂ ਦੇ ਸ਼ਹਿਰ ਦੇ ਵਿੱਚ, ਬਹੁਤ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਲੋਕ ਜਿਹੜੇ ਬੈਠੇ ਨੇ ਉਹਨਾਂ ਦੀ ਉਸ ਦੇਣ ਨੂੰ, ਕਿਵੇਂ ਉਹਨਾਂ ਨੇ ਰੇਸਿਜ਼ਮ ਦੇ ਖਿਲਾਫ ਸਿਆਹ ਭਾਈਚਾਰੇ ਦੇ ਹੁੰਦਿਆਂ ਹੋਇਆਂ ਦੁੱਖ ਵੀ ਝੱਲੇ ਤੇ ਲੜੇ ਵੀ, ਅਖੀਰ ਤੱਕ ਉਹ ਹੀਰੋ ਤੇ ਨਾਇਕ ਦੇ ਤੌਰ ਤੇ ਗਿਣੇ ਗਏ। ਬਿਲਕੁਲ। ਦੇਖੋ 80 ਸਾਲ ਦੀ ਉਮਰ ਸੀ ਉਹਨਾਂ ਦੀ, ਕੈਂਸਰ ਕਰਕੇ ਮੌਤ ਹੋ ਗਈ ਉਹਨਾਂ ਦੀ, ਸ਼ਾਇਦ ਥੋੜਾ ਸਮਾਂ ਹੋਰ ਵੀ ਕੱਢ ਜਾਂਦੇ। ਜੀ। ਪੁਲਿਸ ਬਰਬਰਤਾ ਵੇਲੇ ਮਸੀਂ ਬਚੇ ਸੀਗੇ ਉਹ। ਸੋ ਜਾਰਜ ਫਲੋਇਡ ਦੀ ਕਿੱਸਾ ਅਸੀਂ ਵੇਖ ਰਹੇ ਹਾਂ, ਪਰ ਉਸ ਤੋਂ ਪਤਾ ਲੱਗਦਾ ਕਿ ਜਾਰਜ ਫਲੋਇਡ ਦੀ ਗੱਲ ਆਪਣੇ ਆਪ 'ਚ ਕੋਈ ਨਵੀਂ ਨਹੀਂ ਹੈ ਤੇ ਇਕੱਲੀ ਵੀ ਨਹੀਂ ਹੈ ਜੀ, ਪਹਿਲਾਂ ਵੀ ਘਟਨਾਵਾਂ ਹੋਈਆਂ। ਸੋ ਉਸ ਕੜੀ ਦਾ ਹਿੱਸਾ ਹੀ ਆ ਵਾਲਾ। ਸੋ ਇਹ ਜਿਹੜੀ ਉਹਨਾਂ ਦੀ ਇਸ ਮੌਕੇ ਤੇ ਚਲਾਣਾ, ਜਦੋਂ ਬਲੈਕ ਲਾਈਵਜ਼ ਮੈਟਰ ਨਾਲ ਤਹਿਰੀਕ ਜ਼ੋਰ ਫੜ ਰਹੀ ਹੈ। ਵੈਸੇ ਬਾਈ ਦ ਵੇ ਸਿਆਟਲ 'ਚ ਵੀ ਘਟਨਾ ਵਾਪਰੀ ਹੈ, ਉੱਥੇ ਮੁਜ਼ਾਹਰੇ ਹਿੰਸਕ ਹੋ ਗਏ ਜਿਸ ਦੇ ਕਰਕੇ 2 ਲੋਕ ਗ੍ਰਿਫਤਾਰ ਵੀ ਕੀਤੇ ਗਏ, ਕੁਝ ਪੁਲਿਸੀ ਫੱਟੜ ਵੀ ਹੋਏ ਨੇ ਉੱਥੇ। ਜੀ ਜੀ। ਸੋ ਇਸ ਤਰ੍ਹਾਂ ਲਗਾਤਾਰ ਵੱਧ ਰਿਹਾ। ਸੋ ਇਹਨਾਂ ਲੋਕਾਂ ਦੀ ਜਿਹੜਾ ਨੈਲਸਨ ਮੰਡੇਲਾ ਜਾਂ ਉਹ ਸਾਰੇ ਆਪਣਾ ਕੰਮ ਕਰਕੇ ਚਲੇ ਗਏ ਜੀ। ਜੇ ਸੱਚਮੁੱਚ ਅਸੀਂ ਉਹਨਾਂ ਤੋਂ ਇੰਸਪਾਇਰਡ ਹਾਂ, ਅਸੀਂ ਸਮਝਦੇ ਕਿ ਅਸੀਂ ਉਹਨਾਂ ਤੋਂ ਪ੍ਰਭਾਵਿਤ ਹਾਂ, ਤਾਂ ਸਾਨੂੰ ਉਹ ਲੜਾਈ ਅੱਗੇ ਤੋਰਨੀ ਪਏਗੀ ਜੀ। ਕਿਉਂਕਿ ਨਸਲਵਾਦ ਸਭ ਨੂੰ ਪ੍ਰਭਾਵਿਤ ਕਰ ਰਿਹਾ, ਇਕੱਲੇ ਇੱਕ ਭਾਈਚਾਰੇ ਦੀ ਸਮੱਸਿਆ ਤੇ ਹੈ ਨਹੀਂ, ਨਾ ਇਕੱਲੇ ਸਿਆਹ ਨਸਲ ਦੇ ਲੋਕਾਂ ਦੀ ਸਮੱਸਿਆ ਹੈ, ਨਾ ਇਕੱਲੇ ਸਿੱਖਾਂ ਜਾਂ ਮੁਸਲਮਾਨਾਂ ਦੀ, ਨਾ ਮੂਲ ਵਾਸੀਆਂ ਦੀ, ਸਭ ਦੀ ਸਮੱਸਿਆ। ਉਹ ਸਭ ਨੂੰ ਇਕੱਠੇ ਹੋ ਕੇ ਹੀ ਇਸ ਦੇ ਖਿਲਾਫ ਲੜਾਈ ਜਾਰੀ ਰੱਖਣੀ ਪਊਗੀ। ਔਰ ਖਾਸ ਤੌਰ ਤੇ ਕਰੋਨਾ ਸੰਕਟ ਦੇ ਕਾਰਨ ਜਿਵੇਂ ਬੇਰੁਜ਼ਗਾਰੀ ਵਧੀ ਹੈ, ਉਸ ਦੇ ਕਰਕੇ ਦੁਬਾਰਾ ਉਹ ਬੇਚੈਨੀ ਵਾਲਾ ਮਾਹੌਲ ਖੜਾ ਹੋ ਸਕਦਾ। ਬਿਲਕੁਲ। ਕਿਉਂਕਿ ਜਿਹੜੇ ਨਸਲ ਦੀ ਉੱਚਤਾ ਜਾਂ ਉੱਤਮਤਾ ਦੀ ਗੱਲ ਕਰਦੇ ਨੇ, ਉਹਨਾਂ ਦੀ ਆਦਤ ਤੱਕ ਕੋਈ ਨਾ ਕੋਈ ਦੁਸ਼ਮਣ ਘੜ ਲੈਣਗੇ। ਜਿਵੇਂ ਏਸ਼ੀਆਈ ਮੂਲ ਦੇ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਇਹ ਕਰੋਨਾ ਲੈ ਕੇ ਆਏ, ਜਾਂ ਕੱਲ੍ਹ ਨੂੰ ਕੋਈ ਰੁਜ਼ਗਾਰ ਨਹੀਂ ਤੁਹਾਨੂੰ ਮਿਲਦਾ, ਤੁਸੀਂ ਕਹੋ ਜੀ ਬਾਹਰੋਂ ਆਉਣ ਵਾਲੇ ਸਾਡਾ ਰੁਜ਼ਗਾਰ ਤੇ ਲੱਤ ਮਾਰ ਰਹੇ। ਸੋ ਇਹ ਜਿਹੜੀਆਂ ਪਰਿਸਥਿਤੀਆਂ ਨੇ, ਇਸ ਦੇ ਵਿੱਚ ਨਸਲਵਾਦ ਦੇ ਵਧਣ ਦੇ ਚਾਂਸ ਹੋਰ ਜ਼ਿਆਦਾ ਨੇ। ਸੋ ਇਸ ਨੂੰ ਗੰਭੀਰਤਾ ਨਾਲ ਲਿਆ ਜਾਣਾ ਚਾਹੀਦਾ। ਮੈਂ ਇੱਕ ਗੱਲ ਹੋਰ ਵਿਚਾਰ ਕਰ ਰਿਹਾ ਸੀ ਕਿ ਦੇਖੋ ਟਰੰਪ ਦਾ ਅੱਜ ਇੱਕ ਅਜੀਬ ਕਿਸਮ ਦਾ ਬਿਆਨ ਜਿਹੜਾ ਚਰਚਾ 'ਚ ਹੈ ਕਿ ਪੁਲਿਸ ਨੂੰ, ਫੌਜ ਨੂੰ ਹੋਰ ਅਧਿਕਾਰ ਦੇਣੇ ਆ, ਜਿਹੜੇ ਪ੍ਰੋਟੈਸਟ ਕਰਨ ਵਾਲੇ ਆ ਇਹਨਾਂ 'ਤੇ ਸਖਤੀ ਵਰਤੀ ਜਾਏ, ਇਹਨਾਂ ਨੂੰ ਕਿਵੇਂ ਦਬਾਇਆ ਜਾਣਾ ਵਗੈਰਾ ਵਗੈਰਾ, ਬੜਾ ਕੁਛ ਇਸ ਤਰ੍ਹਾਂ ਦਾ ਉਹਨਾਂ ਨੇ ਇਸ ਦੇ ਸਟੇਟਮੈਂਟ ਦੇ ਵਿੱਚ ਦਿੱਤਾ। ਤੁਸੀਂ ਦੇਖੋ ਕਿ ਇੱਕ ਤਾਂ ਮਹਾਮਾਰੀ ਦੇ ਨਾਲ ਵੈਸੇ ਹੀ ਲੋਕ ਇਸੇ ਤਰ੍ਹਾਂ ਕੁਚਲੇ ਗਏ, ਉਹਨਾਂ ਦੇ ਉੱਪਰ ਜਿਸ ਕਿਸਮ ਦਾ ਮਾਹੌਲ ਹੈ। ਦੂਸਰਾ ਇਹ ਹੈ ਕਿ ਉਹਨਾਂ ਨੂੰ ਤੁਸੀਂ ਡਰਾਵੇ ਜਿਸ ਕਿਸਮ ਦੇ ਦੇ ਰਹੇ ਹੋ, ਉਹਨਾਂ ਨੂੰ ਲੈ ਕੇ ਲੱਗਦਾ ਹੈ ਕਿ ਇੱਕ ਘਟੀਆ ਕਿਸਮ ਦੀ ਰਾਜਨੀਤੀ ਚੱਲ ਰਹੀ ਹੈ। ਦੁਨੀਆ ਜਿਵੇਂ ਜਿਵੇਂ ਅਗਲੀ ਸਦੀ ਦੇ ਵਿੱਚ ਪ੍ਰਵੇਸ਼ ਕਰਦੀ ਹੈ, ਚਾਹੀਦਾ ਤਾਂ ਅਸੀਂ ਕਿ ਇਹਦੇ ਵਿੱਚ ਹੋਰ ਨਵੀਨਤਾ ਆਉਂਦੀ, ਆਧੁਨਿਕਤਾ ਆਉਂਦੀ, ਪਰ ਲੱਗਦਾ ਕਿ ਇਹ ਬੜੀ ਦਕੀਆਨੂਸੀ ਕਿਸਮ ਦੀ ਸੋਚ ਦੀ ਧਾਰਨੀ ਬਣ ਰਹੀ ਹੈ। ਅਸਲ ਜਦੋਂ ਗੁਰੂਦਰ ਸਿੰਘ ਦੀ ਗੱਲ ਸੀ ਕਿ ਜੋ ਇਹ ਕਰ ਰਿਹਾ ਨਾ ਡੋਨਲਡ ਟਰੰਪ, ਮਿੱਥ ਕੇ ਕਰ ਰਿਹਾ, ਕਿਉਂਕਿ ਇਸੇ ਸਾਲ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਵੀ ਆ ਰਹੀ। ਹਾਂਜੀ। ਹੁਣ ਤੁਹਾਨੂੰ ਪਤਾ ਹੋਊਗਾ ਉਹਦੀ ਭਤੀਜੀ ਨੇ ਵੀ ਉਹਦਾ ਜਲੂਸ ਕੱਢ ਦਿੱਤਾ। ਹਾਂ। ਇੱਕ ਕਿਤਾਬ ਲਿਖ ਕੇ ਚੰਗੀ ਉਹਦੇ ਪਰਛੇ ਲਾਏ ਉਹਦੇ, ਕਿ ਵੀ ਕਿਸ ਕਿਸਮ ਦਾ ਸਾਡਾ ਘਰ ਦਾ ਮਾਹੌਲ ਸੀ ਤੇ ਇਹੋ ਜਿਹਾ ਖਤਰਨਾਕ ਵਿਅਕਤੀ ਉਸ ਵਿੱਚੋਂ ਉੱਭਰਿਆ, ਤੇ ਇਸ ਤੋਂ ਜੇ ਮੌਕਾ ਹੋਰ ਮਿਲਿਆ ਤੇ ਨੁਕਸਾਨ ਕਰੂਗਾ। ਹਾਂ। ਸੋ ਟਰੰਪ ਕੀ ਕਰ ਰਿਹਾ ਇਸ ਵੇਲੇ? ਟਰੰਪ ਬੇਸਿਕਲੀ ਤਾਂ ਪੋਲਿਟਿਕਸ ਖੇਡ ਰਿਹਾ ਕਿ ਵੀ ਨਫ਼ਰਤ ਦੀ ਸਿਆਸਤ, ਇਹੋ ਜਿਹਾ ਮਾਹੌਲ ਖੜਾ ਕਰੋ ਕਿ ਮੈਂ ਬਹੁ ਗਿਣਤੀ ਨੂੰ ਆਪਣੇ ਨਾਲ ਜੋੜ ਸਕਾਂ। ਔਰ ਜਦੋਂ ਘੱਟ ਗਿਣਤੀਆਂ ਦੇ ਇਸ ਤਰ੍ਹਾਂ ਦੇ ਮਸਲੇ ਖੜੇ ਹੁੰਦੇ, ਉਦੋਂ ਇਸ ਤਰ੍ਹਾਂ ਦਾ ਹਥਿਆਰ ਵਰਤਣਾ ਬੜਾ ਸੌਖਾ ਜਿਹਾ ਹੋ ਜਾਂਦਾ। ਕਰੋਨਾ ਕਰਕੇ ਉੱਦਾਂ ਵੀ ਸੰਕਟ ਬਹੁਤ ਹੈ, ਬੇਰੁਜ਼ਗਾਰੀ ਵਧੀ ਹੋਈ ਹੈ। ਪਹਿਲਾਂ ਤੁਸੀਂ ਭਾਂਡਾ ਪਾਉਂਦੇ ਹੋ ਕਿ ਚੀਨੀ ਲੋਕਾਂ ਨੇ ਕੀਤਾ, ਚਲੋ ਜੀ ਉੱਥੇ ਲੋਕਾਂ ਦਾ ਗੁੱਸਾ ਉੱਧਰ ਨੂੰ ਲਾ ਦਿਓ। ਹੁਣ ਇਹ ਇਲੈਕਸ਼ਨਾਂ ਆ ਰਹੀਆਂ ਤੇ ਬਲੈਕ ਲਾਈਵਜ਼ ਮੈਟਰ ਦੀ ਰੈਲੀ ਚੱਲ ਪਈ, ਹੁਣ ਗੁੱਸਾ ਇੱਧਰ ਨੂੰ ਲਾ ਦਿਓ। ਸੋ ਇਹ ਜਿਹੜੀ ਪਾਲਾਬੰਦੀ ਦੀ ਸਿਆਸਤ ਹੈ, ਇਹ ਉਹਦਾ ਇੱਕ ਸਰੂਪ ਹੈ, ਉਸਦਾ ਹਿੱਸਾ। ਉਹ ਕੋਈ ਉਹਦੀ ਕੋਈ ਬੇਵਕੂਫੀ ਨਹੀਂ, ਕੋਈ ਉਹਦੀ ਮਤਲਬ ਮੈਂ ਸਮਝਦਾ ਕਿ ਕੋਈ ਜਿਹਨੂੰ ਕਹਿੰਦਾ ਕਿ ਅਣਜਾਣਪੁਣੇ ਜਿਹੋ ਜਿਹਾ ਬਿਆਨ, ਮਿਥ ਕੇ ਸਾਰਾ ਕੁਝ ਹੋ ਰਿਹਾ, ਮਿਥਿਆ ਹੋਇਆ ਪ੍ਰੋਗਰਾਮ। ਸੋ ਬੇਸਿਕਲੀ ਬਹੁਗਿਣਤੀਵਾਦ ਦੀ ਸਿਆਸਤ ਤੋਂ ਖੇਡ ਰਿਹਾ, ਘੱਟ ਗਿਣਤੀਆਂ ਨੂੰ ਕਿਵੇਂ ਕੁਚਲਣਾ ਜਾਂ ਵਿਖਾਵਾਕਾਰੀ ਨੂੰ ਕਿਵੇਂ ਕੁਚਲਣਾ, ਜਾਂ ਕੋਵਿਡ-19 ਦਾ ਇਸ ਤਰ੍ਹਾਂ ਦੇ ਮਾਹੌਲ ਦਾ ਫਾਇਦਾ ਚੁੱਕ ਕੇ ਕਿਵੇਂ ਜਿਹੜਾ ਵਿਰੋਧੀਵਾਦ ਨੂੰ ਦਬਾਉਣਾ, ਇਹ ਕੁਝ ਕਰ ਰਿਹਾ। ਸੱਚਾਈ ਇਹ ਹੈ ਕਿ ਇਹਨਾਂ ਵੋਟਾਂ ਦੇ ਵਿੱਚ ਵੀ ਰਾਜਨੀਤੀ ਜਿਹੜੀ ਹੈ ਜਿਸ ਤਰ੍ਹਾਂ ਦੀ ਖੇਡੀ ਜਾਏਗੀ, ਪਿਛਲੀ ਵਾਰੀ ਕਦੇ ਰਸ਼ੀਆ ਦਾ ਨਾਂ, ਕਦੇ ਹੋਰਾਂ ਦੇਸ਼ਾਂ ਦਾ ਨਾਂ, ਕਦੇ ਕਿਸੇ ਦਾ ਕਿਵੇਂ ਜਿਤਾਉਣਾ, ਜਾਂ ਬਹੁਤ ਕਿਸਮ ਦੀ ਧਮਕੀਆਂ। ਇੱਥੋਂ ਤੱਕ ਕਿ ਗੱਲ ਹੋਰ ਵੀ ਹੋਈ ਹੈ, ਸ਼ਾਇਦ ਤੁਹਾਨੂੰ ਯਾਦ ਹੀ ਹੋਊਗਾ, ਅਸੀਂ ਮੇਰੇ ਖਿਆਲ ਇਸ ਮੰਚ ਤੋਂ ਕੀਤੀ ਵੀ ਸੀ ਗੱਲ, ਜਿਹੜੇ ਲੋਕਾਂ ਕੋਲ ਗ੍ਰੀਨ ਕਾਰਡ ਨੇ ਉਹ ਮਤਲਬ ਮਿਲਣੇ ਸੀਗੇ, ਉਹਨਾਂ ਦੇ ਹੋਲਡ ਕਰ ਲਏ ਗਏ, ਨਵੀਂ ਇਮੀਗ੍ਰੇਸ਼ਨ ਰੋਕ ਲਈ ਗਈ ਕਿ ਵੀ ਕੋਈ ਨਹੀਂ ਆ ਸਕਦਾ। ਉਹ ਤਾਂ ਵੈਸੇ ਵੀ ਕੋਈ ਨਹੀਂ ਆ ਸਕਦਾ, ਜਿੱਦਾਂ ਦਾ ਮਾਹੌਲ ਆਊ ਕਿਹੜਾ ਉੱਥੇ, ਜਦੋਂ ਅਮਰੀਕਾ 'ਚ ਇੰਨੀ ਬਿਮਾਰੀ ਫੈਲੀ ਹੋਈ ਹੈ, ਇੰਨੀਆਂ ਮੌਤਾਂ ਹੋ ਰਹੀਆਂ, ਅਮਰੀਕਾ ਕੋਈ ਜਾਣਾ ਵੀ ਨਹੀਂ ਚਾਹੁੰਦਾ। ਪਰ ਉਹ ਜਾਣ ਕੇ ਬਈ ਕਿ ਲੋਕਾਂ ਨੂੰ ਮਤਲਬ ਹੱਲਾਸ਼ੇਰੀ ਦੇਣੀ ਕਿ ਦੇਖੋ ਮੈਂ ਤੁਹਾਡੇ ਬਾਰੇ ਸੋਚਦਾ ਹਾਂ, ਮੈਂ ਅਮਰੀਕਾ ਪਹਿਲੋਂ ਆ, ਅਮਰੀਕਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਦੇਸ਼ ਆ, ਅਮਰੀਕਾ ਦੀ ਹੋਂਦ ਸਭ ਤੋਂ ਪਹਿਲੋਂ ਆ।
ਇਸ ਕਿਸਮ ਦਾ ਹਊਆ ਖੜਾ ਕਰਕੇ ਉਹ ਬਹੁ ਗਿਣਤੀਵਾਦ ਦਾ ਜਿਹੜਾ ਹੈ ਪੱਤਾ ਖੇਡ ਰਿਹਾ। ਇਹਦੇ ਵਿੱਚ ਦੋ ਚੀਜ਼ਾਂ ਮੈਂ ਦੇਖ ਰਿਹਾ ਸੀ, ਹੁਣ ਤਾਜ਼ਾ ਸਰਵੇਖਣਾਂ 'ਚ ਆਇਆ ਕਿ ਜਿਹੜਾ ਨਸਲਵਾਦੀ ਪੱਤਾ ਟਰੰਪ ਨੇ ਖੇਲਿਆ ਪਿਛਲੀ ਵਾਰੀ ਵੀ, ਹੁਣ ਫੇਰ ਜਿਸ ਤਰ੍ਹਾਂ ਦਾ ਇਹ ਆਪਣਾ ਜਿਹੜਾ ਸਟੇਟ ਦਾ ਇਹੋ ਜਿਹਾ ਕਰੈਕਟਰ ਅਮਰੀਕਾ ਦਾ ਪੇਸ਼ ਕਰ ਰਿਹਾ ਕਿ ਉੱਥੇ ਜਿਹੜੇ ਆ ਇਹੋ ਜਿਹੇ ਲੋਕ ਹੀ ਤਾਕਤਵਰ ਨੇ ਜਿਨ੍ਹਾਂ ਦੀ ਚਮੜੀ ਦਾ ਰੰਗ ਕੁਛ ਇਸ ਤਰ੍ਹਾਂ, ਜਾਂ ਜਿਹੜੇ ਕਾਬਜ਼ ਨੇ ਮਾਣ ਮਹਿਸੂਸ ਕਰਦੇ ਨੇ, ਉਹਨਾਂ ਨੇ ਵੋਟ ਵੀ ਪਾਈ ਹੈ। ਪਿਛਲੀ ਵਾਰ ਵੀ ਇਹ ਗੱਲ ਚੱਲੀ ਸੀ ਕਿ ਲੋਕ ਜਿਹੜੇ ਆ ਟਰੰਪ ਦੀ ਇਹ ਗੱਲ ਜਿਹੜੀ ਹੈ ਕਿ ਮੈਂ ਇਸ ਤਰ੍ਹਾਂ ਕਰ ਦੂੰਗਾ, ਇਹ ਉਹਦੇ ਫੂਕੀਆਂ ਫੜਾ ਨੇ, ਉਹਨੇ ਕੁਛ ਨਹੀਂ ਕਰਨਾ। ਲੋਕਾਂ ਨੇ ਇਸ ਗੱਲ ਨੂੰ ਜਾਣ ਲਿਆ, ਪਰ ਸੱਚਾਈ ਇਹ ਸੀ ਉਹ ਕੁਛ ਕਰੇ ਨਾ ਕਰੇ, ਪਰ ਬੋਲ ਕੀ ਰਿਹਾ ਤੇ ਕੀ ਬੋਲ ਕੇ ਉਹ ਵੋਟਾਂ ਰਹਿ ਰਿਹਾ। ਉਹ ਬੋਲ ਰਿਹਾ ਘੱਟ ਗਿਣਤੀਆਂ ਦੇ ਖਿਲਾਫ, ਤੇ ਘੱਟ ਗਿਣਤੀਆਂ ਦੇ ਖਿਲਾਫ ਉਹ ਕਿੱਡੇ ਐਕਸ਼ਨ ਲੈ ਰਿਹਾ ਉਹ ਤਾਂ ਹੁਣ ਦੇਖ ਵੀ ਰਹੇ ਆ। ਜੇ ਨਾ ਵੀ ਲੈਂਦਾ, ਲੋਕਾਂ ਨੇ ਜਿਹੜੀ ਵੋਟ ਪਾਈ ਹੈ ਇਹਦਾ ਮਤਲਬ ਮੋਹਰ ਲਾ ਦਿੱਤੀ ਵੀ ਅਸੀਂ ਇਸੇ ਸੋਚ ਦੇ ਧਾਰਨੀ ਆ। ਹੁਣ ਫੇਰ ਉਸਨੇ ਏਜੰਡਾ ਸ਼ੁਰੂ ਕਰ ਦਿੱਤਾ। ਅੱਜ ਇੱਕ ਸਰਵੇਖਣ 'ਚ ਆਇਆ ਕਿ ਭਾਰਤੀ ਜਿਹੜੇ ਲੋਕ ਨੇ, ਭਾਰਤੀ ਡਾਇਸਪੋਰਾ ਵਾਲੇ, ਉਹ ਟਰੰਪ ਦੀ ਹਮਾਇਤ ਤੇ ਕਿਵੇਂ, ਇਹ ਘੱਟ ਗਿਣਤੀਆਂ ਦੇ ਵਿੱਚੋਂ ਹੀ ਨੇ, ਉਹ ਵੀ ਘੱਟ ਗਿਣਤੀਆਂ 'ਚ ਨੇ, ਕਿਵੇਂ ਹਮਾਇਤ ਕਰਦੇ ਨੇ। ਫਿਰ ਹਕੂਮਤਾਂ ਦਾ ਵੀ ਵੇਰਵਾ ਆ ਗਿਆ। ਹੁਣ ਹਕੂਮਤਾਂ ਤੱਕ ਜਦੋਂ ਆ ਜਾਂਦਾ ਹੈ, ਤੇ ਜੇ ਅਸੀਂ ਇੱਥੋਂ ਦੇ ਟਰੰਪ ਦੀ ਤਾਂ ਇੰਡੀਆ ਦੇ ਮੋਦੀ ਦੀ ਗੱਲ ਕਰਦੇ ਆ, ਤਾਂ ਉਹ ਸਮਾਨਤਾਵਾਂ ਕਈ ਐਸੀਆਂ ਨੇ ਜਿਨ੍ਹਾਂ ਨੂੰ ਲੈ ਕੇ ਚਿੰਤਾ ਹੋਰ ਵੀ ਵੱਧਦੀ ਹੈ। ਸਮਾਨਤਾਵਾਂ ਕਾਫੀ ਨੇ ਗੁਰਵਿੰਦਰ ਸਿੰਘ ਜੀ। ਇੱਕ ਤਾਂ ਦੋਨੇ ਸੱਜੇ ਪੱਖੀ ਨੇ, ਦੋਨਾਂ ਵਿੱਚ ਜਿਹੜੀ ਡਿਕਟੇਟਰਾਂ ਨਾਲ ਰੁਚੀਆਂ ਨੇ, ਦੋਨੇ ਵਿਗਿਆਨ ਦੇ ਵਿਰੋਧੀ ਨੇ, ਦੂਜੇ ਸਮਾਜ ਨੂੰ ਦੋਨੇ ਪਿੱਛੇ ਲੈ ਕੇ ਜਾ ਰਹੇ ਨੇ। ਹੋਰ ਵੀ ਬਹੁਤ ਸਾਰੀਆਂ ਰੁਚੀਆਂ ਨੇ, ਪਛਾਣ ਦੇ ਨਾਂ ਤੇ ਪੋਲਿਟਿਕਸ ਚਲਾਉਣੀ। ਜਿਹੜਾ ਸਭ ਤੋਂ ਖਤਰਨਾਕ ਟ੍ਰੈਂਡ ਜਿਹੜਾ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਉਹ ਕੀ ਹੈ ਜੀ? ਜਿਵੇਂ ਤੁਸੀਂ ਬਹੁਤ ਵਧੀਆ ਮਿਸਾਲ ਦਿੱਤੀ ਕਿ ਜਿਹੜੇ ਦੇਸੀ ਵੀ ਸਪੋਰਟ ਕਰ ਰਹੇ ਨੇ, ਉਹ ਵੀ ਤਾਂ ਮਤਲਬ ਘੱਟ ਗਿਣਤੀ ਨੇ, ਪਰ ਫਿਰ ਵੀ ਸਪੋਰਟ ਕਰ ਰਹੇ। ਪਹਿਲੀ ਗੱਲ, ਅੰਤਰਰਾਸ਼ਟਰੀ ਪੱਧਰ ਤੇ ਉਸਨੇ ਮੋਦੀ ਨਾਲ ਜੋ ਸਾਂਝ ਪੈਦਾ ਕੀਤੀ ਉਸ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰੂਗਾ। ਜਿਹੜਾ ਉਹ ਖਾਸ ਤਬਕਾ ਜਿਹੜਾ ਮੋਦੀ ਦਾ ਹਮਾਇਤੀ ਹੈ, ਕਿਉਂਕਿ ਉਹ ਦੋਨਾਂ ਦੀ ਪੋਲਿਟਿਕਸ ਇੱਕੋ ਜਿਹੀ ਹੈ। ਇੱਕ ਤਾਂ ਗੱਲ ਇਹ ਹੋਈ, ਜਿਹੜੀ ਇਹਦੀ ਡੂੰਘਾਈ 'ਚ ਜਾ ਕੇ ਵੇਖੀ ਮਸਲਾ ਕਿੱਥੇ ਖੜਾ। ਦੇਖੋ, ਦੋ ਤਰ੍ਹਾਂ ਦੀਆਂ ਮੈਜੋਰਟੀਆਂ ਹੁੰਦੀਆਂ। ਇੱਕ ਹੁੰਦੀ ਕਿ ਬਹੁ ਗਿਣਤੀਵਾਦ ਅਸੀਂ ਸਿਰਫ ਕੌਮਾਂ ਦਾ ਜਿਹੜਾ ਧਰੂਵੀਕਰਨ ਕਰਕੇ ਵੇਖੀਏ ਕਿ ਇਸ ਮੁਲਕ ਦੇ ਵਿੱਚ ਫਲਾਣੀ ਕੌਮ ਜਾਂ ਫਲਾਣੇ ਭਾਈਚਾਰੇ ਦੇ ਲੋਕ ਬਹੁ ਗਿਣਤੀ 'ਚ ਵਸਦੇ ਆ। ਇੱਕ ਹੁੰਦੀ ਪੋਲੀਟੀਕਲ ਮੈਜੋਰਟੀ। ਹਾਂਜੀ, ਸਕੀਮ ਇਹ ਲਾਓ ਕਿ ਹਾਊਸ ਵਿੱਚ ਅਸੀਂ ਕਿਵੇਂ ਚੱਲਣਾ, ਅਸੀਂ ਕਿਹੋ ਜਿਹੀ ਪੋਲਿਟਿਕਸ ਚਲਾਈਏ ਕਿ ਉੱਥੇ ਮੈਜੋਰਟੀ ਸਾਡੇ ਹੱਕ 'ਚ ਹੋਵੇ। ਉਦੋਂ ਜਦੋਂ ਉਸ ਤਰ੍ਹਾਂ ਦੀ ਪੋਲਿਟਿਕਸ ਦੇ ਉੱਤੇ ਪਾਰਟੀਆਂ ਚੱਲਣ ਲੱਗ ਪੈਂਦੀਆਂ, ਉਸ ਤਰ੍ਹਾਂ ਦੀ ਕੈਲਕੂਲੇਸ਼ਨ, ਤੇ ਫਿਰ ਜਿਹੜੇ ਉਹ ਹਥਿਆਰ ਵਰਤਦੀਆਂ, ਉਹਦੇ ਫਿਰ ਰਾਸ਼ਟਰਵਾਦ ਦੇ ਨਾਲ ਜਿਹੜਾ ਬਹੁ ਗਿਣਤੀਵਾਦ ਖੜਾ ਹੋ ਜਾਂਦਾ ਨਾ, ਉਹਨੂੰ ਚੁਣੌਤੀ ਦੇਣਾ ਬਹੁਤ ਔਖਾ। ਔਰ ਇੰਡੀਆ ਵਿੱਚ ਇਸ ਮਿਸਾਲ ਤੌਰ 'ਤੇ ਉਹੀ ਹੋਇਆ। ਹੁਣ ਜਿਵੇਂ ਕਸ਼ਮੀਰ ਦਾ ਮਸਲਾ ਐਗਜ਼ਾਮਪਲ ਮੈਂ ਤੁਹਾਨੂੰ ਦੇਣਾ। ਕਸ਼ਮੀਰ ਦੀ ਜਦੋਂ ਧਾਰਾ 370 ਤੋੜੀ ਗਈ, ਤੁਸੀਂ ਵੇਖਿਆ ਹੋਣਾ ਕਿ ਆਮ ਆਦਮੀ ਪਾਰਟੀ ਨੇ ਵੀ ਹੁੱਬ ਕੇ ਉਹਦੇ ਹੱਕ 'ਚ ਬਿਆਨ ਦਿੱਤਾ, ਬਹੁਜਨ ਸਮਾਜ ਪਾਰਟੀ ਨੇ ਵੀ ਉਹਦੇ ਹੱਕ 'ਚ ਬਿਆਨ ਦਿੱਤਾ, ਅਕਾਲੀ ਵੀ ਨਾਲ ਚਲੇ ਗਏ। ਸੋ ਇੱਕ ਬਣ ਗਈ ਨਾ ਪੋਲੀਟੀਕਲ ਮੈਜੋਰਟੀ। ਘੱਟ ਗਿਣਤੀਆਂ ਵਿੱਚੋਂ ਹੀ ਇਹੋ ਜਿਹੀ ਆਵਾਜ਼ਾਂ ਵੀ ਨਾਲ ਜੋੜ ਲਈਆਂ ਰਾਸ਼ਟਰਵਾਦ ਦੇ ਨਾਂ 'ਤੇ ਕਿ ਉਹਨਾਂ ਦੀ ਜੇ ਗਿਣਤੀ ਮਿਣਤੀ ਕੀਤੀ ਜਾਵੇ ਤਾਂ ਮੈਜੋਰਟੀ ਉੱਦਾਂ ਹੀ ਬਣ ਗਈ। ਬੀਜੇਪੀ ਦੀ ਆਪਣੀ ਮੈਜੋਰਟੀ ਤਾਂ ਹੈ, ਹਿੰਦੂਤਵ ਦੇ ਨਾਂ 'ਤੇ ਹਿੰਦੂ ਮੈਜੋਰਟੀ ਆਪਣੀ ਥਾਂ 'ਤੇ ਹੈ, ਪਰ ਬਾਕੀਆਂ ਨੂੰ ਕਿਵੇਂ ਨਾਲ ਜੋੜਨਾ ਲੰਮੇ ਸਮੇਂ ਲਈ, ਇਹ ਉਹਦੇ ਲੱਛਣ ਨੇ। ਇਹਦੇ ਵਿੱਚ ਕਾਰੀਗਰ ਨੇ, ਚਾਹੇ ਮੋਦੀ ਹੈ ਚਾਹੇ ਟਰੰਪ। ਸੋ ਉਹ ਗੱਲ ਨੂੰ ਸਮਝ ਆ ਗਈ ਕਿ ਘੱਟ ਗਿਣਤੀਆਂ ਵਿੱਚੋਂ ਵੀ ਕਿਸ ਤਰ੍ਹਾਂ ਅਸੀਂ ਬਹੁ ਗਿਣਤੀ ਦੇ ਹੱਕ 'ਚ ਗੱਲ ਆਪਣੀ ਕਰਨੀ ਹੈ, ਉਹਨਾਂ ਨੂੰ ਆਉਂਦਾ। ਇਸ ਕਰਕੇ ਉਹ ਕਾਰੀਗਰ ਨੇ। ਸੋ ਮੇਰੇ ਲਈ ਹੈਰਾਨੀ ਵਾਲੀ ਗੱਲ ਨਹੀਂ। ਬਿਲਕੁਲ ਜੀ। ਹੁਣ ਜਦੋਂ ਵੋਟਾਂ ਪੈਣੀਆਂ ਜਾਂ ਉਹਨਾਂ 'ਤੇ ਹਮਾਇਤ ਹੋਣੀ ਹੈ, ਹੁਣ ਜਿਹੜੀ ਗੱਲ ਅਸੀਂ ਆਰੰਭ ਤੋਂ ਲੈ ਕੇ ਹੁਣ ਤੱਕ ਕੀਤੀ ਹੈ, ਉਹਦੇ ਵਿੱਚ ਨਸਲਵਾਦ ਮੁੱਦਾ ਹੋਣਾ ਚਾਹੀਦਾ। ਚਾਹੀਦਾ ਇਹ ਹੈ ਕਿ ਠੀਕ ਹੈ, ਆਰਥਿਕ ਤਰੱਕੀ ਦੀ ਗੱਲ ਹੈ, ਉਹ ਵੀ ਤਰੱਕੀ ਇੱਕ ਵਿਅਕਤੀ ਵਿਸ਼ੇਸ਼ ਦੀ ਜਾਂ ਵਰਗ ਦੀ ਜਾਂ ਟਰੰਪ ਦੀ ਖੁਦ ਦੀ ਤਰੱਕੀ ਹੋਈ, ਕਿ ਕੁੱਲ ਮਿਲਾ ਕੇ ਲੋਕਾਂ ਦੀ ਤਰੱਕੀ ਹੋਈ। ਕਰੋਨਾ ਵਾਇਰਸ ਦਾ ਪ੍ਰਭਾਵ ਜਿਹੜਾ ਹੈ ਉਸ ਨੂੰ ਕਿਸੇ ਦੇ ਸਿਰ ਤੇ ਮੜ ਕੇ ਸੁਰਖਰੂ ਹੋਣਾ, ਇਹ ਵੀ ਇੱਕ ਗੱਲ ਹੈ। ਪਰ ਉਹਨਾਂ ਸਾਰਿਆਂ ਦੇ ਨਾਲ ਜਿਹੜੇ ਵਿਸ਼ੇ ਦਾ ਸਾਡਾ ਮੂਲ ਧੁਰਾ ਹੈ ਉਹ ਹੈ ਰੇਸਿਜ਼ਮ। ਅੱਜ ਜਿਹੜਾ ਨਸਲਵਾਦ, ਸਿਆਹ ਨਸਲਵਾਦ ਕਹਿ ਲਓ ਜਾਂ ਫਿਰ ਹੋਰ ਘੱਟ ਗਿਣਤੀਆਂ ਦਾ ਨਸਲਵਾਦ ਕਹਿ ਲਓ, ਇਹ ਵਿਸ਼ਾ ਇਕੱਲਾ ਅਮਰੀਕਾ ਦਾ ਨਹੀਂ, ਉੱਤਰੀ ਅਮਰੀਕਾ ਦਾ ਨਹੀਂ, ਇਹ ਦੁਨੀਆ ਦਾ ਮਸਲਾ ਹੈ। ਪਰ ਕਿਉਂਕਿ ਸਰਕਾਰਾਂ ਜਿਹੜੀਆਂ ਕਾਇਮ ਹੋ ਰਹੀਆਂ ਨੇ, ਮਸਲੇ ਨੂੰ ਹੱਲ ਤਾਂ ਉਹਨਾਂ ਨੇ ਕਰਨਾ ਹੈ, ਪਰ ਬਲਦੀ ਤੇ ਤੇਲ ਹੀ ਸਰਕਾਰਾਂ ਪਾ ਰਹੀਆਂ ਨੇ। ਸਰਕਾਰਾਂ ਜਿੱਤਦੀਆਂ ਹੀ ਇਹ ਮਸਲਾ ਖੜਾ ਕਰਕੇ ਨੇ। ਕਈ ਵਾਰ ਸਰਕਾਰਾਂ ਖੁਦ ਹੀ ਪ੍ਰੋਬਲਮ ਕ੍ਰੀਏਟ ਕਰਕੇ ਵੋਟਾਂ ਲੈ ਕੇ ਆਪਣਾ ਜਿਹੜਾ ਹਲਵਾ ਮੰਡਾ ਚਲਾਉਂਦੀਆਂ ਨੇ। ਇੱਕ ਮੈਂ ਮਿਸਾਲ ਦੇਣੀ ਚਾਹੂੰਗਾ, ਉਹ ਇਹ ਕਿ ਜਿਵੇਂ ਕੱਲ੍ਹ ਪਰਸੋਂ ਦੀ ਖਬਰ ਆ ਕਿ ਜਿਹੜੇ ਨਰਿੰਦਰ ਮੋਦੀ ਨੇ, ਉਹਨਾਂ ਦੀ ਟਵਿੱਟਰ 'ਤੇ ਫੋਲੋਇੰਗ ਵੱਧ ਗਈ ਹੈ। 5 ਕਰੋੜ ਤੋਂ ਪਿਛਲੇ 10 ਮਹੀਨਿਆਂ ਦੇ ਦੌਰਾਨ 5 ਕਰੋੜ ਤੋਂ 6 ਕਰੋੜ 'ਤੇ ਆ ਗਈ ਹੈ। ਯਾਨੀ ਕਿ 10 ਮਹੀਨੇ ਪਹਿਲਾਂ ਟਵਿੱਟਰ 'ਤੇ ਉਹਨਾਂ ਨੂੰ 5 ਕਰੋੜ ਲੋਕ ਫੋਲੋ ਕਰਦੇ ਸੀ, 10 ਮਹੀਨਿਆਂ ਦੇ ਵਿੱਚ ਗਿਣਤੀ ਵੱਧ ਕੇ 6 ਕਰੋੜ 'ਤੇ ਜਾ ਪਹੁੰਚੀ ਹੈ। ਉਹਨਾਂ 10 ਮਹੀਨਿਆਂ ਵਿੱਚ ਮੋਦੀ ਸਾਹਿਬ ਨੇ ਕਿਹੋ ਜਿਹੇ ਕੰਮ ਕੀਤੇ ਆ, ਇਹ ਦੇਖਣਾ, ਇਹ ਪਹਿਲਾਂ ਦੱਸ ਦਿਓ। ਬਿਲਕੁਲ, ਜਿਹੜੇ ਉਹ ਕੰਮ ਨੇ ਜੇ ਉਹ ਗਿਣਾਏ ਜਾਣ, ਉਸ ਤੋਂ ਤਾਂ ਲੱਗਦਾ ਕਿ ਉਹਨਾਂ ਦੀ ਲੋਕਪ੍ਰਿਅਤਾ ਘਟਣੀ ਚਾਹੀਦੀ ਸੀ, ਸਗੋਂ ਵਧੀ ਹੈ। ਸੋ ਅਸੀਂ ਅਜੇ ਵੀ ਬਹੁਤ ਆਪਣੇ ਆਪ ਨੂੰ ਧੋਖਾ ਦੇ ਰਹੇ ਹੋਵਾਂਗੇ ਜੇ ਆਪਾਂ ਇਸ ਗੱਲ ਨੂੰ ਨਾ ਸਮਝੇ।
ਕਿ ਪੋਲੀਟੀਸ਼ੀਅਨ ਜੋ ਕਰ ਰਹੇ ਸੋਚ ਕੇ ਕਰ ਰਹੇ। ਬਿਲਕੁਲ ਬਹੁ ਗਿਣਤੀ ਨੂੰ ਕਿਵੇਂ ਖੁਸ਼ ਕਰਨਾ ਉਹਨਾਂ ਨੂੰ ਆਉਂਦਾ, ਔਰ ਬਹੁ ਗਿਣਤੀ ਹੈ ਇਦਾਂ ਦੀ ਹੈ, ਚਾਹੇ ਮੰਨੋ ਚਾਹੇ ਨਾ ਮੰਨੋ। ਸੋ ਬਹੁ ਗਿਣਤੀਵਾਦ ਇੱਕ ਬੜੀ ਵੱਡੀ ਸਮੱਸਿਆ, ਔਰ ਇਹ ਸਮਝਣਾ ਬਹੁਤ ਜ਼ਰੂਰੀ ਹੈ। ਨਹੀਂ ਤਾਂ ਜਿਸ ਤਰ੍ਹਾਂ ਦੇ ਕੰਮ ਹੋ ਰਹੇ ਆ, ਜਿਵੇਂ ਆਪ ਪਿਛਲੇ ਕੁਝ ਦਿਨਾਂ ਦੌਰਾਨ ਅਸੀਂ ਖਬਰਾਂ ਦੇਖ ਰਹੇ ਇੰਡੀਆ ਤੋਂ ਕਿਹੜੀਆਂ ਆ ਰਹੀਆਂ ਨੇ, ਸਿਆਸੀ ਕੈਦੀ ਸਾੜੇ ਜਾ ਰਹੇ ਜੇਲ੍ਹਾਂ 'ਚ, ਜਿਸ ਕਿਸਮ ਦਾ ਜ਼ੁਲਮ ਅਸੀਂ ਵੇਖ ਰਹੇ ਹਾਂ, ਲੋਕਾਂ 'ਚ ਤਾਂ ਇੰਨਾ ਰੋਹ ਹੋਣਾ ਚਾਹੀਦਾ ਕਿ ਫੋਲੋਇੰਗ ਘਟਣੀ ਚਾਹੀਦੀ ਸੀ, ਉਸ ਕੋਲ ਵਧੀ ਹੈ। ਸੋ ਇਹਦਾ ਮਤਲਬ ਮੋਦੀ ਜੋ ਕਰ ਰਿਹਾ ਮਿੱਥ ਕੇ ਕਰ ਰਿਹਾ, ਟਰੰਪ ਜੋ ਕਰ ਰਿਹਾ ਮਿੱਥ ਕੇ ਕਰ ਰਿਹਾ। ਇਹ ਗੱਲ ਸਾਡੇ ਲਈ ਜਾਣਨੀ ਬਹੁਤ ਲਾਜ਼ਮੀ ਹੈ ਕਿ ਜੋ ਇਹ ਗਿਣਿਆ ਮਿਥਿਆ ਪ੍ਰੋਗਰਾਮ ਹੈ, ਇਸ ਦੇ ਪਿੱਛੇ ਮਨਸ਼ਾ ਕੀ ਹੈ, ਕਿ ਕਿਵੇਂ ਲੋਕਾਂ ਨੂੰ ਨਾਲ ਗੰਢੀਏ ਰਾਸ਼ਟਰਵਾਦ ਦੇ ਨਾਂ 'ਤੇ, ਫਿਰਕਾ ਪ੍ਰਸਤੀ ਦੇ ਨਾਂ 'ਤੇ, ਨਸਲ ਦੇ ਨਾਂ 'ਤੇ। ਔਰ ਇਹ ਬੜਾ ਖਤਰਨਾਕ ਰੁਝਾਨ ਹੈ। ਇੱਥੋਂ ਤੱਕ ਜਿਹੜੀ ਕੈਨੇਡਾ ਦੀ ਇਲੈਕਸ਼ਨ ਦੀ ਗੱਲ ਕਰਕੇ ਹਟੀਏ, ਹੁਣ ਜਿਵੇਂ ਨਰਿੰਦਰ ਮੋਦੀ ਇੱਕ ਬਾਜੀ ਮਾਰ ਕੇ ਸਗੋਂ ਸੀਟਾਂ ਹੋਰ ਵਧਾ ਗਏ ਆਪਣੀ, ਹੋ ਸਕਦਾ ਕਿ ਟਰੰਪ ਵੀ ਬਾਜੀ ਮਾਰ ਜਾਵੇ ਜਿੱਦਾਂ ਦੇ ਹਾਲਾਤ ਬਣੇ ਹੋਏ। ਇਨ ਦਾ ਮੀਨ ਟਾਈਮ ਜਸਟਿਨ ਟਰੂਡੋ ਨੇ ਕਿਹੜਾ ਮਾੜਾ ਕੰਮ ਕੀਤਾ ਸੀ? ਇਮੀਗ੍ਰੈਂਟਾਂ ਲਈ ਦਰਵਾਜ਼ੇ ਖੋਲ੍ਹੇ ਸੀਗੇ। ਇਹ ਠੀਕ ਹੈ, ਉਸਨੇ ਆਪਣੀਆਂ ਕਈ ਗਲਤੀਆਂ ਬਹੁਤ ਕੀਤੀਆਂ, ਆਪਣੀਆਂ ਵੀ ਕਈ ਗਲਤੀਆਂ ਬਹੁਤ ਕੀਤੀਆਂ, ਜਿਵੇਂ ਕਿ ਭ੍ਰਸ਼ਟਾਚਾਰ ਦੇ ਨਾਲ ਕੋਈ ਜੁੜੇ ਮਾਮਲੇ, ਸਰਕਾਰੀ ਠੇਕੇ ਦਿਵਾਉਣੇ ਕਿਸੇ ਖਾਸ ਵਿਅਕਤੀ ਨੂੰ ਜਾਂ ਸੰਸਥਾ ਨੂੰ। ਪਰ ਜਿਹੜੀ ਉਹਨੇ ਕੁੱਲ ਮਿਲਾ ਕੇ ਪਾਲਿਸੀ ਸੀਗੀ ਇਹਨਾਂ ਲੀਡਰਾਂ ਦੇ ਟਾਕਰੇ 'ਤੇ, ਉਹ ਬਹੁਤ ਇੱਕ ਮਨੁੱਖਤਾਵਾਦੀ ਪਾਲਿਸੀ ਸੀ ਕਿ ਕਿਵੇਂ ਮੈਂ ਇਮੀਗ੍ਰੈਂਟਾਂ ਨੂੰ ਘੱਟ ਗਿਣਤੀ ਨੂੰ ਕਲਾਵੇ 'ਚ ਲੈਣਾ। ਫਿਰ ਸਾਡਾ ਨੈਸ਼ਨਲ ਲੀਡਰ ਜਿਹੜਾ ਜਗਮੀਤ ਸਿੰਘ ਪਾਰਟੀ ਦਾ, ਉਹਨਾਂ ਦੀਆਂ ਸੀਟਾਂ ਘਟੀਆਂ ਬਜਾਏ ਕਿ ਵਧਣ ਦੇ। ਸੋ ਬੇਸ਼ੱਕ ਇੱਕ ਤਰੀਕੇ ਨਾਲ ਵਕਤੀ ਤੌਰ 'ਤੇ ਨਸਲੀਆਂ ਦੀ ਹਾਰ ਹੋਈ ਪਿਛਲੀ ਵਾਰ, ਚਾਹੇ ਮਤਲਬ PPC ਦਾ ਨੁਕਸਾਨ ਹੋਇਆ, ਟੋਰੀਆਂ ਦਾ ਨੁਕਸਾਨ ਹੋਇਆ, ਪਰ ਜਿੱਦਾਂ ਇਹਨਾਂ ਦੀ ਸੀਟਾਂ ਘਟੀਆਂ, NDP ਦੀ ਸੀਟਾਂ ਬਹੁਤ ਜ਼ਿਆਦਾ ਘਟ ਗਈਆਂ। ਇਸ ਤੋਂ ਪਤਾ ਲੱਗਦਾ ਕਿ ਨਸਲਵਾਦ ਸਾਡੇ ਮੁਆਸ਼ਰੇ 'ਚ ਫੈਲਿਆ ਹੋਇਆ, ਉਸ 'ਤੇ ਕੰਮ ਕਰਨ ਦੀ ਲੋੜ ਆ। ਅਸੀਂ ਆਪਣਾ ਜਿਹੜਾ ਹਾਰਡਵੇਅਰ ਤਾਂ ਆਪਾਂ ਚੇਂਜ ਕਰ ਲੈਂਦੇ ਹਾਂ ਬੜੀ ਛੇਤੀ, ਸੌਫਟਵੇਅਰ ਚੇਂਜ ਕਰਨ ਦੀ ਗੱਲ ਨਹੀਂ ਹੋ ਰਹੀ। ਜਿਹੜਾ ਸਾਡੇ ਅੰਦਰ ਮਨਾਂ 'ਚ ਵਾਇਰਸ ਬੈਠਾ, ਉਸ ਨੂੰ ਆਪਾਂ ਚੇਂਜ ਕਰਨ ਦੀ ਗੱਲ ਕੰਮ ਹੀ ਨਹੀਂ ਕਰ ਰਹੇ। ਕਿਧਰੇ ਨਾ ਕਿਧਰੇ ਉੱਥੇ ਕੰਮ ਕਰਨ ਦੀ ਲੋੜ ਹੈ, ਤਾਂ ਸਮੱਸਿਆ ਦਾ ਕੋਈ ਹੱਲ ਹੋਊਗਾ। ਮੈਂ ਇੱਕ ਗੱਲ ਦੇਖਦਾ ਸੀ ਕਿ ਜਦੋਂ ਅਸੀਂ ਇਹ ਸਾਰੇ ਇਲੈਕਸ਼ਨ ਨੂੰ ਨੇੜਿਓਂ ਦੇਖ ਰਹੇ ਸੀ, ਜਾਂ ਹੋਰ ਵੀ ਜਿਹੜੀਆਂ ਆਉਂਦੀਆਂ ਵੱਖ-ਵੱਖ ਚੋਣਾਂ, ਤਾਂ ਇੱਕ ਵਿਸ਼ਾ ਜਿਹੜਾ ਹੈ ਖਾਸ ਚੁਣਿਆ ਜਾਂਦਾ, ਉਹ ਅੱਜ ਦੇ ਵਿਸ਼ੇ ਨਾਲ ਵੀ ਰਿਲੇਟਡ ਹੈ। ਉਹ ਹੈ ਧਰੁਵੀਕਰਨ ਦੀ ਸਿਆਸਤ। ਜਿਹੜੀ ਧਰੁਵੀਕਰਨ ਦੀ ਸਿਆਸਤ ਅੱਜ ਦੁਨੀਆ ਦੇ ਵਿੱਚ ਸਭ ਤੋਂ ਜ਼ਿਆਦਾ ਪੋਪੂਲਰ ਹੋ ਚੁੱਕੀ ਹੈ। ਕਿਤੇ ਵੀ ਕਿਸੇ ਵੀ ਦੇਸ਼ ਦੇ ਵਿੱਚ ਜਦੋਂ ਧਰੁਵੀਕਰਨ ਦੀ ਗੱਲ ਚੱਲਦੀ ਹੈ ਤਾਂ ਲੋਕ ਇੱਕ ਧਰੁਵ 'ਤੇ ਇਕੱਠੇ ਹੋ ਜਾਂਦੇ, ਖਾਸ ਤੌਰ 'ਤੇ ਉਸ ਗੱਲ ਨੂੰ ਲੈ ਕੇ ਬਈ ਹਾਂ, ਕਿਉਂਕਿ ਇਹ ਸਾਡਾ ਜਿਹੜਾ ਮਸਲਾ ਹੈ, ਸਾਡੀ ਜਿਹੜੀ ਹੈ ਗਿਣਤੀ ਦਾ ਮਸਲਾ ਹੈ, ਉਹ ਬਹੁ ਗਿਣਤੀ ਫਿਰ ਅੱਗੇ ਕੀ ਕਰਦੀ ਹੈ, ਉਸ ਨੂੰ ਖੁਸ਼ ਕਰਨ ਲਈ ਪੋਲੀਟੀਸ਼ੀਅਨ ਕੀ ਐਲਾਨ ਕਰਦੇ ਨੇ, ਘੱਟ ਗਿਣਤੀਆਂ ਨੂੰ ਜੇ ਕੁੱਟਣਾ ਪੈਂਦਾ ਤਾਂ ਕੁੱਟਦੇ ਨੇ। ਹੁਣ ਨਸਲਵਾਦ, ਚਾਹੇ ਉਹ ਰੰਗ ਦਾ ਨਸਲਵਾਦ ਹੈ, ਚਾਹੇ ਕਿਸੇ ਕੌਮ ਦਾ ਹੈ, ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ 84 ਦੇ ਵਿੱਚ ਸਿੱਖਾਂ ਦਾ ਕਤਲ ਹੋਇਆ, ਨਸਲਕੁਸ਼ੀ ਵੱਡੇ ਪੱਧਰ 'ਤੇ ਹੋਈ, ਦਿੱਲੀ 'ਚ 3000 ਕੁੱਲ 30,000 ਦੇਸ਼ ਦੇਸ਼ਾਂਤਰ ਦੇ ਵਿੱਚ ਜੋ ਅਸਰ ਪਿਆ। ਪਰ ਅਗਲੇ ਹੀ ਵਰੇ ਉਸੇ ਹੀ ਸਮੇਂ ਦੌਰਾਨ ਜਦੋਂ ਚੋਣਾਂ ਹੋਈਆਂ ਤਾਂ ਬਹੁ ਗਿਣਤੀ ਜਿਹੜੀ ਹੈ ਇੱਕ ਵਾਰ ਸਿੱਖਾਂ ਨੂੰ ਕੁੱਟ ਕੇ ਵੋਟਾਂ ਲੈ ਕੇ ਗਈ। ਇਸੇ ਤਰ੍ਹਾਂ ਗੁਜਰਾਤ ਦੀ ਗੱਲ ਲੈ ਲਓ, ਮੁਸਲਿਮ ਕਤਲੇਆਮ ਹੋਇਆ, ਪਰ ਬਹੁ ਗਿਣਤੀ ਉਸ ਤੋਂ ਬਾਅਦ ਵੋਟਾਂ ਲੈ ਕੇ ਗਈ। ਫਿਰ ਇਹ ਏਜੰਡਾ ਜਿਸ ਤਰ੍ਹਾਂ ਦੁਬਾਰਾ ਐਕਸਪੈਰੀਮੈਂਟ ਕੀਤਾ, ਅੱਜ ਦੀ ਤਰੀਕ ਚੱਲ ਰਿਹਾ। ਸੋ ਇਹਦਾ ਮਤਲਬ ਕੋਈ ਕੀ ਗੱਲ, ਲੋਕਾਂ ਦੀ ਮਾਨਸਿਕਤਾ ਗਿਰਦੀ ਜਾ ਰਹੀ ਹੈ, ਚੇਤਨ ਵਰਗ ਕਮਜ਼ੋਰ ਹੋ ਚੁੱਕਿਆ, ਬਹੁਤ ਇੱਕ ਦਿਵਾਲੀਆਪਣ ਆ ਚੁੱਕਿਆ। ਇਹਨਾਂ ਮਸਲਿਆਂ ਨੂੰ ਕੌਣ ਰੋਕੇਗਾ ਤੇ ਕਿਵੇਂ ਰੋਕੇਗਾ? ਜਿਹੜਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਗੁਰਦਿੱਤ ਸਿੰਘ ਜੀ, ਕਿ ਮੈਂ ਸਮਝਦਾ ਕਿ ਅਸੀਂ ਹਾਰਡਵੇਅਰ ਤਾਂ ਚੇਂਜ ਕਰ ਲਿਆ ਜੀ, ਕਿ ਠੀਕ ਹੈ ਕੁਛ ਵਕਤ ਲਈ ਡੈਮੋਕ੍ਰੇਟ ਆ ਗਏ, ਉਹਨਾਂ ਨੇ ਲੰਮਾ ਸਮਾਂ ਵੀ ਰਾਜ ਕਰ ਲਿਆ, ਭਾਰਤ ਵਿੱਚ ਵੀ ਇਸ ਤਰ੍ਹਾਂ ਦੀ ਸਾਡੇ ਕੋਲ ਬਹੁਤ ਸਾਰੀਆਂ ਮਿਸਾਲਾਂ ਨੇ। ਬਿਲਕੁਲ, ਪਰ ਉਹ ਤਾਂ ਹੋ ਗਿਆ ਹਾਰਡਵੇਅਰ। ਜਿਹੜਾ ਸੌਫਟਵੇਅਰ ਕੀ ਹੈ, ਸਾਡੇ ਜਿਹੜੇ ਅੰਦਰ ਜਿਹੜਾ ਇੱਥੇ ਪਿਆ, ਉੱਥੇ ਨਿਰੰਤਰ ਸੰਵਾਦ ਦੀ ਲੋੜ ਹੈ। ਪਹਿਲੀ ਗੱਲ ਕਿ ਜਿਹੜੇ ਲੋਕ ਸਿਰਫ ਹਾਰਡਵੇਅਰ ਦੇ ਵਿੱਚ ਤਬਦੀਲੀਆਂ ਵੇਖ ਕੇ ਬੜੇ ਖੁਸ਼ ਸੀਗੇ ਕਿ ਬਹੁਤ ਵੱਡੀ ਅਸੀਂ ਮੱਲ ਮਾਰ ਲਈ, ਉਹ ਸੌਫਟਵੇਅਰ 'ਤੇ ਕੰਮ ਨਹੀਂ ਸੀ ਕਰ ਰਹੇ, ਘਾਟਾ ਉਹਨਾਂ ਦੀਆਂ। ਅੱਜ ਉਹ ਵੀ ਖੁੰਝੇ ਲੱਗੇ ਪਏ। ਬਿਲਕੁਲ, ਅੱਜ ਉਹ ਵੀ ਖੁੰਝੇ ਲੱਗੇ ਪਏ। ਜੇ ਅਸੀਂ ਮਿਸਾਲ ਦੇ ਤੌਰ 'ਤੇ ਮੰਨ ਲਈਏ ਕਿ ਹਾਂਜੀ ਖੱਬੇ ਪੱਖੀਆਂ ਨੇ ਬੜਾ ਵਧੀਆ ਕੰਮ ਕੀਤਾ ਭਾਰਤ ਵਿੱਚ, ਅਤੇ ਕੀ ਵਜ੍ਹਾ ਸੀ ਸਿਰਫ 5 ਸੀਟਾਂ ਰਹਿ ਗਈਆਂ ਤੁਹਾਡੇ ਕੋਲ। ਬਿਲਕੁਲ, ਸੋ ਇਹ ਲੋਕ ਸੋਚਣ, ਔਰ ਉਹ ਲੋਕ ਵੀ ਸੋਚਣ, ਔਰ ਜੇ ਜਥੇਬੰਦੀਆਂ ਵੀ ਸੋਚਣ ਕਿ ਤੁਸੀਂ ਜਿਹੜਾ ਕੰਮ ਕਰਨ ਵਾਲਾ ਸੀ ਸੱਚੀ ਤੁਸੀਂ ਕੀਤਾ, ਜਾਂ ਤੁਸੀਂ ਟਪਲੇ ਖਾਧੇ, ਜਿਹਦੇ ਕਰਕੇ ਲੋਕਾਂ 'ਚ ਤੁਹਾਡੀ ਬੇਭਰੋਸਗੀ ਵਧੀ ਹੈ, ਤੁਸੀਂ ਲੋਕਾਂ 'ਚ ਉਖੜ ਗਏ। ਬਿਲਕੁਲ, ਹੁਣ ਮਿਸਾਲ ਤੌਰ 'ਤੇ ਅਸੀਂ ਅੜੀਆਂ ਚੁੱਕ ਕੇ ਕਹਿੰਦੇ ਜੀ ਇੰਡੀਆ ਸੈਕੂਲਰ ਸਟੇਟ ਆ, ਠੀਕ ਹੈ ਜੀ, ਕਿਉਂਕਿ ਸੰਵਿਧਾਨ ਕਹਿੰਦਾ। ਪਰ ਕੀ ਸੱਚਮੁੱਚ ਸੈਕੂਲਰ ਸਟੇਟ ਹੈ? ਕੀ ਉਹਨਾਂ ਦੇ ਜੋ ਸੰਵਿਧਾਨ 'ਚ ਲਿਖਿਆ ਉਹਦੇ ਵਿੱਚ ਤੇ ਜੋ ਧਰਤੀ ਦੀਆਂ ਹਕੀਕਤਾਂ ਨੇ ਉਹਨਾਂ ਵਿੱਚ ਮਤਲਬ ਇੱਕ ਮਿਕਤਾ ਹੈ, ਜਾਂ ਬਹੁਤ ਵੱਡਾ ਫਰਕ ਹੈ? ਹੁਣ ਜੇ ਅਸੀਂ ਕਹਿੰਦੇ ਵੀ ਇੰਡੀਆ ਸੈਕੂਲਰ ਸਟੇਟ ਹੈ, ਤਾਂ ਛੂਆ-ਛਾਤ ਉੱਥੇ ਕਿਉਂ ਚੱਲ ਰਹੀ ਹੈ ਚਿਰ ਤੋਂ? ਉਹ ਬੰਦ ਕਿਉਂ ਨਹੀਂ ਹੋਈ? ਉਹ 'ਤੇ ਕੰਮ ਕਿਉਂ ਨਹੀਂ ਹੋਇਆ? ਉਹਨੂੰ ਪਹਿਲ ਕਿਉਂ ਨਹੀਂ ਦਿੱਤੀ ਗਈ? ਜੇ ਅਜੇ ਵੀ ਚੱਲ ਰਹੀ ਤਾਂ ਉਸ ਨੂੰ ਪਹਿਲ ਕਦਮੀ ਤੇ ਨਾਲ ਖਤਮ ਕਿਉਂ ਨਹੀਂ ਕੀਤਾ ਗਿਆ? ਛੂਆ-ਛਾਤ ਨੂੰ ਕਿਸਨੇ ਹੱਲਾਸ਼ੇਰੀ ਦਿੱਤੀ ਹੈ? ਹਿੰਦੂ ਧਰਮ ਨੇ ਦਿੱਤੀ ਹੈ। ਕਦੀ ਇਸ ਕਿਸਮ ਦਾ ਡਾਇਲੋਗ ਅਸੀਂ ਕੀਤਾ ਉੱਥੇ?
ਬਹੁਗਿਣਤੀਵਾਦ ਤੋਂ ਡਰਦੇ ਆ, ਬਹੁਗਿਣਤੀ ਦੇ ਵੋਟਾਂ ਤੋਂ ਡਰਦੇ ਆ, ਅਸੀਂ ਗੱਲ ਨਹੀਂ ਕੀਤੀ। ਅਸੀਂ ਹਰ ਗੱਲ ਨੂੰ ਠੰਡੇ ਬਸਤੇ 'ਚ ਪਾਤਾ ਕਿ ਚਲੋ ਇਹ ਤਾਂ ਗੱਲ ਬਾਅਦ 'ਚ ਹੋਏਗੀ। ਲੈਫਟ ਦੀ ਕਮੀ ਇਹ ਸੀ, ਲੈਫਟ ਕਹਿਣ ਲੱਗ ਪਈ ਕਿ ਜਮਾਤੀ ਵੰਡ ਆ ਦੁਨੀਆ ਵਿੱਚ, ਜ਼ਾਤ ਦੀ ਕੋਈ ਵੰਡ ਹੀ ਹੈ ਨਹੀਂ। ਜਦੋਂ ਜਮਾਤੀ ਵੰਡ ਦੂਰ ਹੋਊਗੀ ਇਹਦਾ ਨਿਬੇੜਾ ਵੀ ਆਪੇ ਹੋ ਜਾਊਗਾ। ਇੱਦਾਂ ਕਿਵੇਂ ਹੋ ਜਾਊਗਾ? ਜੇ ਕੋਈ ਵਿਅਕਤੀ, ਮਿਸਾਲ ਦਿੰਦਾ ਮੈਂ ਛੋਟੀ ਜੀ, ਦਲਿਤ ਭਾਈਚਾਰੇ ਦਾ ਕੋਈ ਵਿਅਕਤੀ DC ਬਣਦਾ, ਦਲਿਤ ਭਾਈਚਾਰੇ ਦਾ ਵਿਅਕਤੀ ਕੋਈ ਜੱਜ ਬਣਦਾ, ਕੀ ਉਸ ਦੇ ਖਿਲਾਫ ਜ਼ਾਤ ਪਾਤ ਦਾ ਜਿਹੜਾ ਵਿਤਕਰਾ ਖਤਮ ਹੋ ਜਾਂਦਾ? ਮਿਸਾਲਾਂ ਨੇ, ਕੋਈ ਜੱਜ ਸੀਗਾ, ਜਦੋਂ ਹਟਿਆ ਨਵੇਂ ਜੱਜ ਨੇ ਆ ਕੇ ਗੰਗਾ ਜਲ ਦੇ ਨਾਲ ਅਦਾਲਤ ਦਾ ਕਮਰਾ ਧੋ ਦਿੱਤਾ, ਤਾਂ ਉਹਦਾ ਕੀ ਮਤਲਬ ਹੋਇਆ ਕਿ ਉਹਦੇ ਜੱਜ ਬਣਨ ਦੇ ਬਾਵਜੂਦ ਵੀ ਉਹ ਕੋਡ ਤੁਹਾਡੇ ਮਨ ਚੋਂ ਨਹੀਂ ਗਿਆ। ਅਸੀਂ ਉਹਨੂੰ ਦੂਰ ਕਰਨ ਲਈ ਕੀ ਕੀਤਾ? ਜਿਹੜਾ ਹਕੀਕੀ ਕੰਮ ਕਰਨ ਦੀ ਲੋੜ ਸੀ, ਜਿਹੜਾ ਕਬੀਰ ਦਾ ਕੰਮ ਸੀਗਾ, ਨਾਨਕ ਦੇ ਵਿਲ ਤੋਂ ਚੱਲਦਾ ਆ ਰਿਹਾ, ਉਹਨੂੰ ਅੱਗੇ ਕਿਉਂ ਨਹੀਂ ਤੋਰਿਆ ਸੀ? ਸੋ ਮੇਰਾ ਮਤਲਬ ਕਹਿੰਦਾ ਉੱਥੇ ਬਹੁਤ ਵੱਡੀ ਗੜਬੜ ਆ। ਸਿਰਫ ਇਹ ਕਿ ਉੱਪਰ ਦੀਆਂ ਜਿਹੜੀਆਂ ਤਬਦੀਲੀਆਂ ਜਿਹੜੀਆਂ ਸਿਰਫ ਵਕਤੀ ਤੌਰ ਤੇ, ਜਿਵੇਂ ਸੱਤਾ ਤਬਦੀਲੀ ਹੋਈ, ਭਾਰਤ ਵਿੱਚੋਂ ਗੋਰੇ ਚਲੇ ਗਏ, ਆਪਣੇ ਆ ਗਏ, ਤਾਂ ਕੀ ਢਾਂਚਾ ਬਦਲ ਗਿਆ? ਜ਼ੁਲਮ ਉੱਦਾਂ ਹੀ ਚੱਲ ਰਿਹਾ। ਉਹ ਪੁਰਾਣੇ ਕਾਨੂੰਨ ਨੂੰ ਅਸੀਂ ਅੱਜ ਵੀ ਚਿਮੜੇ ਹੋਏ ਹਾਂ, ਵਿਰੋਧ ਦੀ ਆਵਾਜ਼ ਨੂੰ ਉਵੇਂ ਦਬਾਇਆ ਜਾ ਰਿਹਾ, ਸਗੋਂ ਉਸ ਤੋਂ ਵੀ ਜ਼ਿਆਦਾ ਭਿਆਨਕ ਰੂਪ ਦੇ ਵਿੱਚ। ਸੋ ਮੈਨੂੰ ਲੱਗਦਾ ਉੱਥੇ ਬਹੁਤ ਵੱਡਾ ਇੱਕ ਡਿਸਕਨੈਕਟ ਹੈ। ਬਾਕੀ ਗੱਲ ਮੈਂ ਜ਼ਰੂਰ ਜ਼ਿੰਮੇਵਾਰੀ ਨਾਲ ਕਹੂੰਗਾ ਕਿ ਜਿਹੜਾ ਨਰਿੰਦਰ ਮੋਦੀ ਹੈ ਉਹ ਈਵਨ ਟਰੰਪ ਤੋਂ ਵੀ ਜ਼ਿਆਦਾ ਖਤਰਨਾਕ ਹੈ। ਅਸੀਂ ਟਰੰਪ ਦੀ ਤਾਂ ਆਲੋਚਨਾ ਅਸੀਂ ਕਰ ਰਹੇ ਹਾਂ, ਔਰ ਕਾਫੀ ਬੇਬਾਕੀ ਨਾਲ ਹੋ ਵੀ ਰਹੀ ਹੈ। ਉਸ ਪੱਧਰ ਦੀ ਆਲੋਚਨਾ ਉੱਥੇ ਨਹੀਂ ਹੋ ਰਹੀ। ਉੱਥੇ ਗਿਣਿਆ ਮਿਥਿਆ ਪ੍ਰੋਗਰਾਮ ਸੋਸ਼ਲ ਇੰਜੀਨੀਅਰਿੰਗ ਦਾ, ਆਪਣੇ ਵਿਚਾਰਾਂ ਦੇ ਲੋਕਾਂ ਨੂੰ ਲੈ ਕੇ ਆਓ। ਤੁਸੀਂ ਵੇਖੋ RSS ਨੇ 1925 ਤੋਂ ਸਫ਼ਰ ਸ਼ੁਰੂ ਕੀਤਾ ਸੀ ਆਪਣਾ, ਅੱਜ 2025 ਚੜ੍ਹਨ ਨੂੰ ਹੈ। 100 ਸਾਲਾਂ ਵਿੱਚ ਉਹ ਕਾਮਯਾਬ ਹੋਏ ਨੇ, ਸ਼ਾਖਾਵਾਂ ਲਈਆਂ ਉਹਨਾਂ ਨੇ। ਜਿਸ ਵੇਲੇ ਸਵੇਰੇ ਕਾਮਰੇ ਉੱਠ ਕੇ ਚਾਹ ਪੀਂਦੇ ਨੇ, ਚਾਹ ਪੀ ਕੇ ਤੇ ਅਖਬਾਰਾਂ ਪੜ੍ਹ ਕੇ ਆਪਸ ਵਿੱਚ ਗੋਸ਼ਟ ਰਚਾਉਂਦੇ ਆ, ਉਹਨੇ ਇਮਾਨਦਾਰੀ ਦੇ ਵਿੱਚ ਉਹਨਾਂ ਨੇ 19 ਸਾਲ ਲਾ ਕੇ ਪਿੰਡਾਂ ਵਿੱਚ ਕਸਬਿਆਂ 'ਚ ਸ਼ਾਖਾਵਾਂ ਲਾ ਕੇ ਇੱਕ ਪੂਰੀ ਪਨੀਰੀ ਤਿਆਰ ਕੀਤੀ ਹੋਈ ਹੈ। ਬਿਲਕੁਲ ਇਹਨਾਂ ਦੇ ਗੱਲਾਂ ਦੇ ਜਵਾਬ ਕੌਣ ਦਊਗਾ? ਇਹਨਾਂ ਨੂੰ ਦੇਣੇ ਪੈਣਗੇ ਜਿਹੜੇ ਹੁਣ ਤੱਕ ਝੰਡਾ ਬਰਦਾਰ ਬਣੇ ਹੋਏ ਸੀ ਕਿ ਅਸੀਂ ਬਰਾਬਰਤਾ ਦੀ ਗੱਲ ਕਰਦੇ ਹਾਂ, ਅਸੀਂ ਕਿਸੇ ਬੁਰਾਈ ਦੇ ਨਾਲ ਸਾਡਾ ਕੋਈ ਲਗਾ ਦੇਗਾ ਵੀ ਹੈ ਨਹੀਂਗਾ। ਤੇ ਬੁਰਾਈ ਆ ਕਿਵੇਂ ਗਈ ਹੈ? ਆਪਣੇ ਆਪ ਤੇ ਕ੍ਰੀਏਟ ਨਹੀਂ ਹੋਈ। ਤੁਹਾਡੇ ਮਨਾਂ 'ਚ ਨਫ਼ਰਤ ਸੀਗੀ, ਕੁਝ ਰੁਚੀਆਂ ਸੀਗੀਆਂ, ਉਹਦਾ ਫਾਇਦਾ ਲਿਆ ਗਿਆ। ਆਹ ਗੱਲ ਹੋਈ। ਆਹ ਗੱਲ ਜਿਹੜੇ ਸਾਹਮਣੇ ਪ੍ਰਤੱਖ ਹੈ ਜੀ, ਜਦੋਂ ਬੋਲਣ ਵੇਲੇ ਜਿਹੜੀਆਂ ਗੱਲਾਂ ਨੂੰ, ਜਿਹੜੀਆਂ ਚਾਹੇ ਇਹਨਾਂ ਪੋਲੀਟੀਸ਼ੀਅਨ ਦੇ ਵੱਲੋਂ ਜਿਹੜੇ ਤਾਕਤ ਦੇ ਵਿੱਚ ਸੱਤਾ 'ਚ ਬੈਠੇ ਨੇ ਉਹਨਾਂ ਵੱਲੋਂ ਫੈਲਾਈਆਂ ਗਈਆਂ ਜਾਂ ਮੀਡੀਆ ਵੱਲੋਂ ਵੀ ਫੈਲਾਈਆਂ ਗਈਆਂ। ਮੈਂ ਇੱਕ ਪ੍ਰਚਲਿਤ ਮੀਡੀਆ ਚੈਨਲ ਦੀਆਂ ਪਿਛਲੇ ਸਮੇਂ ਦੌਰਾਨ ਕੁਝ ਰਿਪੋਰਟਾਂ ਦੇਖੀਆਂ। ਉਹਨੇ ਖਾਸ ਜਿਹੜੀਆਂ ਘੱਟ ਗਿਣਤੀਆਂ ਸੀ ਉਹਨਾਂ ਨੂੰ ਨਿਸ਼ਾਨਾ, ਸਿੱਖਾਂ ਨੂੰ ਵੀ ਨਿਸ਼ਾਨਾ ਬਣਾ ਕੇ ਬੜਾ ਕੁਝ ਕਿਹਾ। ਤੇ ਸੋ ਕਾਲਡ ਜਿਹੜੇ ਖੱਬੇ ਪੱਖੀਆਂ ਦੇ ਵਿੱਚੋਂ ਇੱਕ ਧਿਰ ਜਿਹੜੀ ਹੈ ਜ਼ੁਬਾਨ ਬੰਦ ਉਹਨੇ ਕੀਤੀ। ਹੁਣ ਪਿੱਛੇ ਜੇ ਸੀਤਾਰਾਮ ਜੇਚਰੀ ਦੇ ਬਾਰੇ ਉਸਨੇ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ। ਹੁਣ ਜਦੋਂ ਟਿੱਪਣੀਆਂ ਸ਼ੁਰੂ ਕਰ ਦਿੱਤੀਆਂ, ਹੁਣ ਰਿਐਕਸ਼ਨ ਸ਼ੁਰੂ ਹੋਈ ਕਿ ਇਹ ਗਲਤ ਆ ਜੀ। ਇਹਦਾ ਮਤਲਬ ਜਦੋਂ ਪਹਿਲਾਂ ਉਹ ਖਾਸ ਨਸਲ ਜਾਂ ਖਾਸ ਕੌਮ ਦੀ ਹੱਤਕ ਕਰ ਰਹੇ ਸੀ ਜਾਂ ਸਰਕਾਰ ਦਾ ਏਜੰਡਾ ਪ੍ਰਮੋਟ ਕਰ ਰਹੇ ਸੀ, ਉਦੋਂ ਤੁਸੀਂ ਉਸ ਦੇ ਖਿਲਾਫ ਕਿਉਂ ਨਾ ਬੋਲੇ? ਦੇਖੋ, ਇੱਕ ਮਿਸਾਲ ਹੈ ਆਪ ਇੰਡੀਆ ਦੀ, ਜਿਹੜਾ ਸੱਜੇ ਪੱਖੀ ਮੀਡੀਆ ਆਊਟਲੈਟ ਹੈ, ਉਸਨੇ ਜਗਮੀਤ ਸਿੰਘ ਦੀ ਬੜੀ ਬੇਇੱਜ਼ਤੀ ਕੀਤੀ। ਜਗਮੀਤ ਸਿੰਘ ਨੂੰ ਦਹਿਸ਼ਤਗਰਦ ਤੱਕ ਵੀ ਗਰਦਾਨਿਆ ਗਿਆ। ਇਸੇ ਆਪ ਇੰਡੀਆ ਨੇ DS ਬਿੰਦਰਾ, ਜਿਹਨਾਂ ਨੇ ਲੰਗਰ ਲਾਇਆ ਸੀਗਾ CA ਦੇ ਪ੍ਰੋਟੈਸਟਰਾਂ ਦੇ ਲਈ, ਉਹਦੀ ਬੇਇੱਜ਼ਤੀ ਕੀਤੀ। ਉਸਨੇ ਉੱਤੇ ਦੋਸ਼ ਮੜਿਆ ਗਿਆ ਕਿ ਇਸਨੇ ਉੱਥੇ ਹਿੰਸਾ ਭੜਕਾਈ ਹੈ। ਉਦੋਂ ਤਾਂ ਕੋਈ ਇਹਨਾਂ 'ਚੋਂ ਬੋਲਿਆ ਨਹੀਂ ਗਾ। ਅੱਜ ਉਸੇ ਆਪ ਇੰਡੀਆ ਨੇ ਯੈਚੁਰੀ ਦੀ ਲਾਪਾ ਕੀਤੀ ਹੈ ਕਿ ਇਹ ਉਹਨਾਂ ਲੋਕਾਂ ਦੇ ਹੱਕ 'ਚ ਕਿਉਂ ਬੋਲ ਰਿਹਾ, GN ਸਾਈ ਬਾਬਾ ਦੇ ਹੱਕ 'ਚ ਜਾਂ ਵਾਰਾ ਰਾਓ ਦੇ ਹੱਕ 'ਚ, ਤੇ ਇਹ ਵੀ ਉਹੋ ਜਿਹੀ ਹੈ। ਸੋ ਇੱਦਾਂ ਹੀ ਹੈ, ਜੇ ਤੁਸੀਂ ਬਾਕੀਆਂ ਵੱਲ ਨਹੀਂ ਬੋਲੋਗੇ ਤੁਹਾਡੇ 'ਤੇ ਵੀ ਆ ਗਈ। ਹੁਣ ਜਦੋਂ ਤੱਕ ਅਸੀਂ ਇਕੱਠੇ ਹੋ ਕੇ ਲੜਾਈ ਨਹੀਂ ਲੜਦੇ, ਜਿਵੇਂ ਮਾਰਟਿਨ ਨੋਮਲਰ ਦੀ ਅਸੀਂ ਗੱਲ ਬਾਰ-ਬਾਰ ਕਰਦੇ ਹਾਂ ਅਸੀਂ ਮੰਚ ਤੋਂ, ਕਿ ਉਹ ਇੱਦਾਂ ਹੀ ਚੱਲੂਗਾ। ਬਿਲਕੁਲ ਜੀ। ਸੋ ਖੱਬੇ ਪੱਖੇ ਜ਼ਿੰਮੇਵਾਰੀ ਵੱਧ ਬਣਦੀ ਹੈ ਕਿ ਇਸ ਵੇਲੇ ਜੋ ਕੁਛ ਜਿਸ ਤਰ੍ਹਾਂ ਦਾ ਅਸੀਂ ਮਾਹੌਲ ਵੇਖ ਰਹੇ ਹਾਂ, ਇੱਧਰ ਵੀ ਉੱਥੇ ਵੀ ਨਸਲਵਾਦ ਦੇ ਤੌਰ 'ਤੇ ਬੜਾ ਕੁਝ ਕਰਨ ਵਾਲਾ। ਪਰ ਕਿਧਰੇ ਨਾ ਕਿਧਰੇ ਅਸੀਂ ਨਾ ਮਤਲਬ ਇੱਕ ਭਰਮ ਦੇ ਵਿੱਚ ਰਹਿ ਰਹੇ ਹਾਂ, ਸੋਚ ਕੇ ਬੈਠੇ ਕਿ ਨਹੀਂ ਉਹ ਅਸੀਂ ਉੱਥੇ ਹੀ ਖਲੋਤੇ ਹਾਂ 80ਵੀਆਂ ਦੇ ਮਾਹੌਲ ਦੇ ਵਿੱਚ, ਆਜ਼ਾਦੀ ਦੀ ਲੜਾਈ ਦੇ ਮਾਹੌਲ ਦੇ ਵਿੱਚ। ਹਾਲਾਤ ਬਹੁਤ ਜ਼ਿਆਦਾ ਤੇਜ਼ੀ ਨਾਲ ਬਦਲ ਚੁੱਕੇ ਆ। 1925 ਤੋਂ ਲੈ ਕੇ 2025 ਦਾ ਸਮਾਂ ਕੋਈ ਥੋੜਾ ਸਮਾਂ ਨਹੀਂ ਹੁੰਦਾ, ਸ਼ਤਾਬਦੀ ਚੜ੍ਹਨ ਨੂੰ ਆ। ਔਰ 2025 ਵਿੱਚ ਨਰਿੰਦਰ ਮੋਦੀ ਜੀ ਦੁਬਾਰਾ ਸੱਤਾ ਵਿੱਚ ਆਉਂਦਾ ਤੇ RSS ਦੀ ਜਨਮ ਜਿਹੜੀ ਸ਼ਤਾਬਦੀ ਹੈ ਮਨਾਈ ਜਾਵੇਗੀ ਵੱਡੇ ਪੈਮਾਨੇ ਤੇ। ਬਿਲਕੁਲ, ਤੁਸੀਂ ਵੀ ਇੱਥੇ ਹੋ, ਮੈਂ ਵੀ ਇੱਥੇ ਹੀ ਹਾਂ। ਮੈਨੂੰ ਲੱਗਦਾ ਕਿ ਉਸ ਸਮੇਂ ਤੱਕ ਦੇ ਹਾਲਾਤ ਜਿਹੜੇ ਜੇ ਹਵਾ ਇੰਝ ਹੀ ਰਹੀ ਕਬਰਾਂ ਉੱਤੇ ਤਾਂ ਕੀ ਸਭ ਘਰਾਂ ਵਿੱਚ ਵੀ ਦੀਵੇ ਬੁਝੇ ਰਹਿਣਗੇ। ਲੱਗਦਾ ਕਿ ਹਵਾ ਜਿਹੜੀ ਵਗ ਰਹੀ ਹੈ ਉਹਦੇ ਨਾਲ ਹਾਲਾਤ ਹੋਰ ਵਿਗੜਨਗੇ। ਪਰ ਜਦੋਂ ਅਸੀਂ ਇਸ ਨਸਲਵਾਦ ਦੇ ਇਸ ਅਧਿਐਨ ਦੀ ਗੱਲ ਕਰਦੇ ਹਾਂ, ਮੀਡੀਆ ਜਿਹੜਾ ਨਸਲਵਾਦ ਫੈਲਾ ਰਿਹਾ, ਮੀਡੀਆ ਵੀ ਇੱਕ ਆਪਣੇ ਆਪ ਦੇ ਵਿੱਚ ਖਤਰਨਾਕ ਰੋਲ ਨਿਭਾ ਰਿਹਾ। ਅੱਜ ਜਦੋਂ ਅਸੀਂ ਦੇਖਦੇ ਹਾਂ ਮੀਡੀਆ ਦਾ, ਗੋਦੀ ਮੀਡੀਆ ਦਾ ਹਾਲ ਦੇਖਦੇ ਹਾਂ, ਖਾਸ ਨਸਲ ਨੂੰ, ਉਸ ਦੀ ਉੱਚਤਾ ਨੂੰ, ਉਸ ਦੀ ਉੱਤਮਤਾ ਨੂੰ ਬਿਆਨ ਕਰਨਾ ਤੇ ਕਿਸੇ ਹੋਰ ਨਸਲ ਨੂੰ ਉਸ ਨੂੰ ਕਿਸ ਤਰ੍ਹਾਂ ਜ਼ਲੀਲ ਕਰਨਾ, ਉਸ 'ਤੇ ਟੀਕਾ ਟਿੱਪਣੀਆਂ ਕਰਨੀਆਂ, ਇਹ ਵੀ ਇੱਕ ਬਹੁਤ ਵੱਡੀ ਸਾਜ਼ਿਸ਼ ਦਾ ਹਿੱਸਾ।
ਇਸ 'ਚ ਕੋਈ ਸ਼ੱਕ ਨਹੀਂ, ਸਾਜ਼ਿਸ਼ ਤਾਂ ਹੈ ਹੀ ਹੈ, ਔਰ ਮੀਡੀਆ ਉਹਨਾਂ ਲੋਕਾਂ ਦਾ ਹੱਥ ਠੋਕਾ ਬਣਿਆ ਹੋਇਆ, ਇਹ ਵੀ ਬਹੁਤ ਵੱਡਾ ਦੁਖਾਂਤ ਹੈ। ਪਰ ਮੈਂ ਗੁਰਜੰਟ ਸਿੰਘ ਜੀ ਇੱਥੇ ਗੱਲ ਹੋਰ ਕਹੂੰਗਾ ਕਿ ਸਾਡੇ ਆਪਣੇ ਦੇਸੀ ਭਾਈਚਾਰੇ ਦੀ ਮੀਡੀਆ ਉੱਤੇ ਮੈਂ ਸਵਾਲ ਕਰਨਾ ਚਾਹੁੰਦਾ ਜੀ। ਇੱਕ ਤੁਸੀਂ ਨੋਟ ਕੀਤਾ ਹੋਣਾ ਕਿ ਇੱਥੇ ਇੱਕ ਦਸਤੂਰ ਹੈ ਕਿ ਟਰੰਪ ਦੀ ਤਾਂ ਭੰਡੀ ਫਿਰ ਵੀ ਹੋ ਜਾਂਦੀ ਹੈ ਜੀ, ਔਰ ਟਰੰਪ ਦੀ ਭੰਡੀ ਕਰਨ ਵਾਲੇ ਤੁਹਾਨੂੰ ਮਿਲ ਵੀ ਜਾਣਗੇ ਜੀ, ਪਰ ਇਹ ਲੋਕ ਮੋਦੀ ਵੇਲੇ ਚੁੱਪ ਕਰ ਜਾਂਦੇ। ਮੋਦੀ ਵੇਲੇ ਕੁਝ ਨਹੀਂ ਕਹਿੰਦੇ ਕਿਉਂਕਿ ਭਾਰਤੀ ਸਫੀਰਾਂ ਦਾ ਡਰ ਬਹੁਤ ਹੈ, ਜਾਂ ਅੰਦਰੋਂ ਇਹਨਾਂ ਦੇ ਵਫਾਦਾਰੀ ਉਹਨਾਂ ਦੇ ਨਾਲ ਨੇ, ਇਹੀ ਗੱਲ ਹੋ ਸਕਦੀ ਹੈ ਕਿ ਅੰਦਰੋਂ ਇਹ ਵੀ ਉਸ ਸੋਚ ਨੂੰ ਪਰਨਾਏ ਹੋਏ ਆ। ਜੀ। ਜਦੋਂ ਕਿ ਨਰਿੰਦਰ ਮੋਦੀ ਜਾਂ ਉਹਦੀ ਪੋਲਿਟਿਕਸ ਨੂੰ ਦੁਨੀਆ ਭਰ 'ਚ ਬੇਨਕਾਬ ਕਰਨਾ ਹੋਵੇ ਤਾਂ ਬਹੁਤ ਸੌਖਾ ਕੰਮ ਹੈ ਦੁਨੀਆ ਭਰ 'ਚ। ਜੀ। ਇੱਕ ਦੱਸੋ ਉਹਨਾਂ ਨੂੰ ਕਿ ਜਿਹੜੇ ਇਹਨਾਂ ਦੇ ਬਾਨੀ ਸੀਗੇ ਆਰਐਸਐਸ ਦੇ ਕੌਣ ਸੀਗੇ? ਹਿਟਲਰ ਨੂੰ ਵਡਿਆਉਂਦੇ ਸੀ, ਮਸਲੂਨੀ ਨੂੰ ਵਡਿਆਉਂਦੇ ਸੀ। ਹਾਂਜੀ। ਨਸਲਵਾਦੀ ਸੋਚ ਰੱਖਦੇ ਨੇ ਇਹ ਲੋਕ। ਗੋਰੇ ਰੰਗ ਦੀ ਉੱਚਤਾ ਤੋਂ ਉੱਤਮ ਇਹਨਾਂ ਦਾ ਵਿਸ਼ਵਾਸ ਹੈ। ਇਹ ਉਹ ਲੋਕ ਨੇ ਜਿਹੜੇ ਨਾ ਸਿਰਫ ਹਿਟਲਰ ਤੇ ਮਸਲੂਨੀ ਨੂੰ ਵਡਿਆਉਂਦੇ ਨੇ, ਸਗੋਂ ਉਹਨਾਂ ਦੀ ਸੋਚ ਅਨੁਸਾਰ ਨਸਲ ਦੀ ਉੱਚਤਾ ਤੇ ਉੱਤਮਤਾ ਨੂੰ ਪੱਕਾ ਕਰਨ ਲਈ ਰੈਡੀਸ਼ਨ ਸਕੂਲ ਵੀ ਖੋਲ੍ਹੇ ਗਏ ਨੇ ਉੱਥੇ, ਜਿੱਥੇ ਆਦੀਵਾਸੀ ਬੱਚਿਆਂ ਨੂੰ ਲਿਆ ਕੇ ਹਿੰਦੂਕਰਨ ਵੀ ਕੀਤਾ ਜਾ ਰਿਹਾ। ਉਹ ਇਕੱਲਾ ਹਿੰਦੂਕਰਨ ਨਹੀਂ ਕੀਤਾ ਜਾ ਰਿਹਾ, ਹਿੰਦੂਤਵਾ ਦੀ ਪਾਣ ਚਾੜੀ ਜਾ ਰਹੀ। ਇਹ ਗੱਲਾਂ ਦੱਸਣੀਆਂ ਕੋਈ ਔਖੀਆਂ ਨਹੀਂ ਗੀਆਂ, ਪਰ ਸੰਵਾਦ ਰਚੂ ਕੌਣ? ਜਿਹੜੇ ਆਪਣੇ ਨੂੰ ਖੱਬੇ ਪੱਖੀ ਕਹਿੰਦੇ ਆ, ਇੱਥੇ ਵੀ ਉਹਨਾਂ ਦੀਆਂ ਦੁਕਾਨਾਂ ਖੁੱਲ੍ਹੀਆਂ ਹੋਈਆਂ, ਇਹ ਕੀ ਕਰ ਰਹੇ ਨੇ? ਕੋਈ ਇਹੋ ਜਿਹਾ ਕੰਮ ਕੀਤਾ ਉਹਨਾਂ ਨੇ ਨਿੱਠ ਕੇ ਵੀ ਲੋਕਾਂ ਨੂੰ ਦੱਸਿਆ ਜਾਵੇ ਕਿ ਕੌਣ ਨੇ? ਫਿਰ ਕਿੰਨੇ ਹੀ ਨੇਤਾ ਨੇ ਇੰਡੀਆ ਦੇ ਵਿੱਚ ਜਿਹੜੇ ਜਾਂਦੇ ਆ ਇੱਥੋਂ, ਅਮਰੀਕਾ, ਕੈਨੇਡਾ, ਜਿਹਦਾ ਮਰਜ਼ੀ ਨਾਂ ਲੈ ਲਓ, ਰਾਜਘਾਟ 'ਤੇ ਜਾਂਦੇ ਜਿੱਥੇ ਅੰਦਰ ਆਪਣਾ ਮਹਾਤਮਾ ਗਾਂਧੀ ਦਾ ਅੰਤਮ ਸੰਸਕਾਰ ਕੀਤਾ ਗਿਆ, ਸਾਬਰਮਤੀ ਵੀ ਜਾ ਕੇ ਆਉਣਗੇ। ਕਿਸੇ ਨੇ ਇਹ ਸੰਵਾਦ ਰਚਾਇਆ ਕਿ ਜਿਹੜੇ ਆ ਸੱਤਾ ਦੇ ਬਿਰਾਜਮਾਨ ਲੋਕ ਨੇ, ਜਿਹੜੇ ਗਾਂਧੀ ਦਾ ਨਾਂ 'ਤੇ ਚੱਕੀ ਫਿਰਦੇ ਆ, ਪਰ ਹਕੀਕਤ ਇਹ ਹੈ ਕਿ ਇਹ ਉਹਨਾਂ ਲੋਕਾਂ ਦੀ ਸੋਚ ਨੂੰ ਪਰਨਾਏ ਹੋਏ ਜਿਨ੍ਹਾਂ ਨੇ ਉਹਦਾ ਕਤਲ ਕੀਤਾ ਸੀਗਾ। ਹਿੰਦੂਤਵੀ ਦਹਿਸ਼ਤਗਰਦੀ ਕੀ ਹੈ, ਇਸ ਦਾ ਮੁੱਢ 48 ਤੋਂ ਵੱਜਿਆ ਜਦੋਂ ਗਾਂਧੀ ਦਾ ਕਤਲ ਹੋਇਆ। ਇਹ ਸੱਚਾਈਆਂ ਕੌਣ ਦੱਸੂਗਾ ਇਹਨਾਂ ਨੂੰ? ਇਹ ਗੱਲਾਂ ਦੱਸਣੀਆਂ ਸੌਖੀਆਂ ਨੇ ਕਿਉਂਕਿ ਸਾਰਾ ਕੁਝ ਜਿਹੜਾ ਹੈ ਡਾਕੂਮੈਂਟਡ ਆ। ਦੱਸ ਕੇ ਚਿਹਰੇ ਡੰਗੇ ਕਰੋ, ਪਰ ਇਹੋ ਜਿਹੀ ਕੋਈ ਜ਼ਿੰਮੇਵਾਰੀ ਅਦਾ ਹੀ ਨਹੀਂ ਕਰ ਰਿਹਾ। ਜਿਹੜੇ ਆਪਣਾ ਲੈਫਟਿਸਟ ਕਹਿੰਦੇ ਆ, ਸੈਕੂਲਰ ਕਹਿੰਦੇ ਆ, ਉਹਨਾਂ ਦੇ ਮੂੰਹ ਸਿੱਤੇ ਹੋਏ ਆ। ਹਾਂ, ਖਾਲਿਸਤਾਨ ਦੇ ਖਿਲਾਫ ਗੱਲ ਕਰਨੀ ਹੋਵੇ ਤਾਂ ਮੂਹਰੇ ਆ ਕੇ ਗੱਲ ਕਰਨਗੇ, ਹਾਂਜੀ ਅਸੀਂ ਉਹਨਾਂ ਦੇ ਖਿਲਾਫ ਆ, ਸਾਡਾ ਦੇਸ਼ ਦੀ ਏਕਤਾ ਅਖੰਡਤਾ 'ਤੇ ਬੜਾ ਵਿਸ਼ਵਾਸ ਹੈ, ਗੂੜਾ ਵਿਸ਼ਵਾਸ ਹੈ। ਹੁਣ ਜੇ ਦੇਸ਼ ਦੀ ਏਕਤਾ ਅਖੰਡਤਾ ਦੇ ਜਿਹੜੇ ਹਾਮੀ ਨੇ, ਜਿਹੜੇ ਮਾਲਕ ਬਣੇ ਹੋਏ ਦੇਸ਼ ਦੇ, ਉਹ ਆਪ ਹੀ ਤੋੜਨ ਦੇ ਤੁਲੇ ਹੋਏ ਤਾਂ ਅਸੀਂ ਕੀ ਕਰੀਏ? ਬਿਲਕੁਲ। ਉਹਨਾਂ ਨੇ ਦੇਸ਼ ਦੀ ਏਕਤਾ ਅਖੰਡਤਾ ਨੂੰ ਤਾਂ ਆਪ ਹੀ ਲੀਰੋ ਲੀਰ ਕਰ ਦਿੱਤਾ, ਘੱਟ ਗਿਣਤੀ ਦੇ ਖਿਲਾਫ ਮਾਹੌਲ ਖੜਾ ਕਰ ਲਿਆ, ਬਹੁ ਗਿਣਤੀਵਾਦ ਨੂੰ ਪੱਠੇ ਪਾ ਰਹੇ ਆ, ਤੇ ਆਪ ਹੀ ਉਹ ਵੱਖਵਾਦੀ ਨੇ। ਉਹਨਾਂ ਨੂੰ ਤੁਸੀਂ ਕੁਝ ਕਹਿ ਨਹੀਂ ਰਹੇ। ਸੋ ਘੱਟ ਗਿਣਤੀ ਦੀ ਫਿਰਕਾ ਪ੍ਰਸਤੀ ਸਾਨੂੰ ਬਹੁਤ ਵੱਡੀ ਸਮੱਸਿਆ ਲੱਗਦੀ ਹੈ। ਸੋ ਕਿਧਰੇ ਨਾ ਕਿਧਰੇ ਇਸ ਕਿਸਮ ਦਾ ਪੱਖਪਾਤ ਵੀ ਹੈ ਔਰ ਇੱਕ ਪਾਸੜ ਸੋਚ ਹੈ ਜਿਹਦੇ ਕਰਕੇ ਨੁਕਸਾਨ ਹੋਇਆ। ਅੱਜ ਜਦੋਂ ਅਸੀਂ ਨਸਲਵਾਦ ਨੂੰ ਕੌਮਾਂਤਰੀ ਮੰਚ 'ਤੇ ਜਦੋਂ ਦੇਖਦੇ ਹਾਂ, UNO ਸੰਸਥਾ ਇੱਕ ਗਿਣੀ ਗਈ ਹੈ ਕਿ ਅੱਜ ਵਿਸ਼ਵ ਪੱਧਰੀ ਭਾਈਚਾਰੇ ਨੂੰ ਜੇ ਉਸ ਦੀ ਅਗਵਾਈ ਕਰਨ ਵਾਲੀ UNO ਸੰਸਥਾ ਹੈ। ਜਦੋਂ ਇਸ ਕਿਸਮ ਦਾ ਜਿਹੜਾ ਨਸਲਵਾਦ ਹੈ, ਇਹ ਢਾਂਚਾਗਤ ਨਸਲਵਾਦ ਦੁਨੀਆ ਭਰ ਦੇ ਵਿੱਚ ਵੱਖ-ਵੱਖ ਅਦਾਰਿਆਂ ਦੇ ਵਿੱਚ ਫੈਲਿਆ ਤੇ ਉਹ ਵੱਧਦਾ ਜਾ ਰਿਹਾ, ਤੇ UNO ਦੀ ਜਿਹੜੀ ਭੂਮਿਕਾ ਹੈ, ਇਹ ਤੁਹਾਨੂੰ ਲੱਗਦਾ ਹੈ ਕਿ ਇਹ ਵੀ ਬਿਲਕੁਲ ਨਾਕਾਮਯਾਬ ਜਾਂ ਅਸਫਲ ਨਜ਼ਰ ਆ ਰਹੀ ਹੈ? ਦੇਖੋ, ਮੈਂ ਇੱਕ ਮਿਸਾਲ ਦੇਣੀ ਚਾਹੂੰਗਾ। ਹਾਂਜੀ। ਸ਼ਾਇਦ 2001 ਦੀ ਗੱਲ ਹੋਣੀ ਹੈ, ਤੁਹਾਡੇ ਸ਼ਾਇਦ ਚੇਤਿਆਂ 'ਚ ਵੀ ਹੋਵੇ ਜੀ। ਉਦੋਂ ਜਦੋਂ ਇੱਕ UN ਦੀ ਅਗਵਾਈ ਦੇ ਵਿੱਚ ਕੋਈ ਰੇਸਿਜ਼ਮ ਦੀ ਬਹੁਤ ਵੱਡੀ ਕਨਵੈਨਸ਼ਨ ਹੋਣੀ ਸੀ। ਉਹਦੇ 'ਚ ਇੱਕ ਮੱਦ ਜ਼ਾਤ ਪਾਤ ਦੀ ਵੀ ਸੀਗੀ। ਹਾਂਜੀ। ਕਿ ਜੋ ਜ਼ਾਤ ਪਾਤ ਦਾ ਕੋਡ ਆ ਭਾਰਤ ਵਿੱਚ, ਉਹ ਵੀ ਨਸਲਵਾਦ ਤੋਂ ਘੱਟ ਨਹੀਂ ਗਾ। ਬਿਲਕੁਲ। ਬਹੁਤ ਕਾਵਾਂ ਰੌਲੀ ਪਾਈ ਗਈ, ਉਸ ਮੱਦ ਨੂੰ ਡ੍ਰੌਪ ਕਰਵਾਇਆ ਗਿਆ। ਬਹੁਤ ਵੱਡਾ ਦੋਗਲਾਪਣ ਸੀਗਾ ਉਹਦਾ। UN ਨੂੰ ਚਾਹੀਦਾ ਸੀਗਾ ਡਟ ਕੇ ਖੜਦਾ ਕਿ ਨਹੀਂ, ਨਸਲਵਾਦ ਜਿਹੜੇ ਮਰਜ਼ੀ ਰੂਪ 'ਚ ਹੋਵੇ, ਅਸੀਂ ਉਸ ਦੇ ਖਿਲਾਫ ਗੱਲ ਕਰਾਂਗੇ। ਕਈ ਜਿਹੜੇ ਬੁੱਧੀਜੀਵੀ ਅਖੌਤੀ ਉਹ ਕਹਿਣ ਨਹੀਂ, ਨਸਲਵਾਦ ਹੋਰ ਚੀਜ਼ ਹੈ, ਜ਼ਾਤ ਪਾਤ ਹੋਰ ਚੀਜ਼ ਹੈ। ਭਾਵੇਂ ਵੱਖਰੀਆਂ ਹੋਣ, ਨਾ ਵੱਖਰੇ ਵੱਖਰੇ ਹੋਣ, ਪਰ ਅਖੀਰ ਨਿਸ਼ਾਨਾ ਕੀ ਹੈ? ਇਹੀ ਹੈ ਨਾ ਕਿ ਕਿਸੇ ਖਾਸ ਭਾਈਚਾਰੇ ਨੂੰ ਬਿਲਕੁਲ ਭੰਡੋ, ਉਸ ਨੂੰ ਨੀਵਾਂ ਵਿਖਾ ਕੇ ਦਰਕਨਾਰ ਕਰ ਦਿਓ। ਜੀ। ਸੋਚ ਤਾਂ ਉਹੀ ਹੈ। ਹਕੀਕਤ ਦਾ ਸਾਹਮਣਾ ਅਸੀਂ ਕਿਉਂ ਨਹੀਂ ਕਰ ਸਕਦੇ? ਸੋ ਜਿਹੜੀਆਂ ਜ਼ਿਆਦਤੀਆਂ ਜਿੱਥੇ ਜਿੱਥੇ ਹੁੰਦੀਆਂ, UN ਨੂੰ ਬੇਬਾਕੀ ਨਾਲ ਖੜਨਾ ਚਾਹੀਦਾ ਸੀਗਾ। UN ਫੇਲ ਵੀ ਹੋਇਆ, ਔਰ UN ਦੇ ਵਿੱਚ ਸਮੱਸਿਆ ਬਣੀ ਕਿ UN ਦਾ ਜਿਹੜਾ ਆਮਦਨ ਦਾ ਸਾਧਨ ਹੈ ਉਹ ਕੀ ਹੈ? ਹਾਂ, ਵੱਡੀਆਂ ਤਾਕਤਾਂ ਤੋਂ ਜਿਹੜਾ ਪੈਸਾ ਮਿਲਦਾ, ਤਾਂ ਬੋਲੀ ਉਹਨਾਂ ਦੀ ਬੋਲਣੀ, ਜਿਹੜਾ ਪੈਸੇ ਵੱਧ ਦਊਗਾ ਉਹਦੀ ਗੱਲ ਜ਼ਿਆਦਾ ਸੁਣੀ ਜਾਊਗੀ। ਸੋ ਇਸ ਕਰਕੇ UN ਦੇ ਤੋਂ ਵੀ ਬਹੁਤੀ ਆਸ ਕਰਨੀ ਬਹੁਤ ਔਖੀ ਹੋਈ ਆ। ਪਰ ਮੈਂ ਇਹ ਨਹੀਂ ਕਹਿੰਦਾ ਕਿ UN ਦਾ ਬਿਲਕੁਲ ਹੀ ਸਤਿਆਨਾਸ਼ ਹੋ ਚੁੱਕਿਆ ਜਾਂ ਬੀਜ ਨਾਸ਼ ਹੋ ਗਿਆ। UN ਦੇ ਕੁਝ ਵਿੱਚ ਲੋਕਾਂ ਨੇ ਬੈਠੇ ਨੇ, ਕੁਝ ਕੰਮ ਕੀਤੇ ਵੀ ਨੇ, ਜਿਹਦੇ ਕਰਕੇ ਭਾਰਤ ਸਰਕਾਰ ਨੂੰ ਤੜੰਗ ਵੀ ਬਹੁਤ ਲੱਗਾ। ਜੀ ਜੀ। ਜਿਵੇਂ ਕਸ਼ਮੀਰ ਦੀ ਗੱਲ ਕਰ ਲਓ, ਸਾਈ ਬਾਬੇ ਦੀ ਗੱਲ ਵੀ ਉੱਥੇ ਉੱਠੀ ਆ। ਸੋ ਕੰਮ ਉੱਥੇ ਹੋਇਆ ਵੀ ਆ, ਪਰ ਉਹ ਕਿਸ ਪੈਮਾਨੇ ਤੱਕ ਕਰ ਸਕਦੇ ਨੇ, ਉਸ ਦੀ ਆਪਣੀਆਂ ਸੀਮਤਾਈਆਂ ਨੇ, ਉਹਨੂੰ ਲੈ ਕੇ ਨਿਰਾਸ਼ਤਾ ਲੋਕਾਂ ਦੇ ਪੱਲੇ ਪਈ ਆ। ਇਹ ਹਕੀਕਤ। ਬੁੱਟਰ ਸਕਾਲੀ ਇਹਦੇ ਮੁਖੀ ਵੀ ਰਹੇ ਉਸ ਵੇਲੇ। ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਅਸੀਂ ਦੇਖਦੇ ਹਾਂ ਕਿ ਜਦੋਂ ਅੰਤਰਰਾਸ਼ਟਰੀ ਪੱਧਰ 'ਤੇ ਸਹਿ ਹੋਣ ਦੀ ਗੱਲ ਹੈ, ਤਾਂ UNO ਦੇ ਵੱਲੋਂ ਗੁਰੂ ਨਾਨਕ ਸਾਹਿਬ ਦਾ ਜਿਹੜਾ ਅਸਥਾਨ ਹੈ, ਕਰਤਾਰਪੁਰ ਦਾ ਲਾਂਘਾ ਜਦੋਂ ਖੋਲ੍ਹਿਆ ਗਿਆ, ਉਸ ਵੇਲੇ ਇੱਕ
ਟਿੱਪਣੀ ਬੜੀ ਕਮਾਲ ਦੀ ਸੀ ਕਿ ਦੁਨੀਆ ਦੇ ਵਿੱਚ ਜੇਕਰ ਕੋਈ ਮੰਚ ਜਿਹੜਾ ਇਹ ਨਸਲੀ ਵਿਤਕਰੇ ਜਾਂ ਆਪਸੀ ਤਣਾਅ ਨੂੰ ਖਤਮ ਕਰਨ ਦੇ ਵਾਸਤੇ ਵਧੀਆ ਰੋਲ ਅਦਾ ਕਰ ਸਕਦਾ ਹੈ ਤਾਂ ਇਹ ਜੋੜਨ ਵਾਲਾ ਇਹ ਬੜਾ ਵੱਡਾ ਮੰਚ ਹੈ। ਅਸੀਂ ਦੇਖਦੇ ਹਾਂ ਪਰ ਉਹਦੇ ਨਾਲ ਨਾਲ ਡਾਢੇ ਦਾ ਸੱਤੀ ਵੀਹੀ ਸੌ ਇਹ ਗੱਲ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਿਹੜੀਆਂ ਤਾਕਤਾਂ ਵੱਡੀਆਂ ਨੇ ਉਹਨਾਂ ਤਾਕਤਾਂ ਦਾ ਦਰਦ ਜਿਹੜਾ ਮਹਿਸੂਸ ਉਹਨਾਂ ਤਾਕਤਾਂ ਵੱਲੋਂ ਜ਼ੁਲਮ ਜਿਹੜਾ ਕੀਤਾ ਜਾਂਦਾ ਲੋਕਾਂ ਦਾ ਦਰਦ ਮਹਿਸੂਸ ਨਹੀਂ ਕੀਤਾ ਜਾਂਦਾ। ਇਤਿਹਾਸ ਜਦੋਂ ਸਮਾਂ ਲੰਘ ਜਾਂਦਾ ਉਸ ਤੋਂ ਬਾਅਦ ਇਹ ਆਰਗੇਨਾਈਜੇਸ਼ਨ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਿਰ ਬੋਲਦੀਆਂ ਨੇ। ਕੈਨੇਡਾ ਦੇ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ UNO ਬੋਲ ਸਕਦੀ ਹੈ। ਇੱਥੋਂ ਦੇ ਜਿਹੜੇ ਦੂਸਰੇ ਸਕੂਲ ਜਿਨ੍ਹਾਂ ਨੇ ਘੱਟ ਗਿਣਤੀਆਂ ਜਾਂ ਇੱਥੋਂ ਦੇ ਨੇਟਿਵਸ ਦੇ ਜ਼ੁਲਮ ਢਾਏ ਉਹਨਾਂ ਦੇ ਬਾਰੇ ਗੱਲ ਕਰ ਸਕਦੀ ਕਿਉਂਕਿ ਸਦੀ ਬੀਤ ਗਈ ਹੈ। ਅੱਜ ਜਿਵੇਂ ਤੁਸੀਂ ਹੁਣੇ ਜ਼ਿਕਰ ਕੀਤਾ ਕਿ ਇੰਡੀਆ ਦੇ ਵਿੱਚ ਜਿਹੜੇ ਜਿਸ ਕਿਸਮ ਦੇ ਪਛੜੇ ਇਲਾਕਿਆਂ ਦੇ ਵਿੱਚ ਇਹੋ ਜਿਹੇ ਰੈਜ਼ੀਡੈਂਸ਼ੀਅਲ ਸਕੂਲ ਖੋਲ੍ਹ ਕੇ ਕਿਸ ਤਰੀਕੇ ਨਾਲ ਉਹਨਾਂ ਨੂੰ ਉਹਨਾਂ ਦਾ ਵਿਰਸਾ ਉਹਨਾਂ ਦੀ ਸੱਭਿਅਤਾ ਖਤਮ ਕੀਤੀ ਜਾ ਰਹੀ ਹੈ, ਉਹਨਾਂ ਦੀ ਬੋਲੀ ਖਤਮ ਕੀਤੀ ਜਾ ਰਹੀ ਹੈ, ਉਹਨਾਂ ਦੀ ਆਇਡੈਂਟੀ ਮੁਕਾਈ ਜਾ ਰਹੀ ਹੈ, ਉਸ ਦੇ ਬਾਰੇ ਇੱਕ ਸਦੀ ਬਾਅਦ ਬੋਲਣਗੇ। ਗੁਰੂ ਸਾਹਿਬ ਨੇ ਕਿਹਾ ਸੀ ਸੱਚ ਸੁਣਾਈ ਸੀ ਸੱਚ ਕੀ ਬੇਲਾ, ਪਰ ਇਹ ਕਦੋਂ ਬੋਲਣਗੇ? ਇਹਦੇ ਵਿੱਚ ਮੈਂ ਸਮਝਦਾ ਕਿ ਜਿਹੜਾ ਖਾਸ ਤੌਰ 'ਤੇ ਸਿੱਖ ਡਿਆਸਪੋਰਾ ਜੀ ਵਾਸ਼ਿੰਗਟਨ ਦੇ ਵਿੱਚ ਜਾਂ ਨਿਊਯਾਰਕ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਥੋੜ੍ਹਾ ਜਿਹਾ ਆਪਣਾ ਪ੍ਰੈਸ਼ਰ ਹੋਲਡ ਬਿਲਡ ਕਰਨ ਜੀ ਕਿ ਖਾਸ ਤੌਰ 'ਤੇ ਜਿਵੇਂ ਸਿੱਖ ਜੀਨੋਸਾਈਡ ਦੀ ਗੱਲ ਵੀ ਕਰ ਲਈਏ ਜਾਂ ਇਸ ਤਰ੍ਹਾਂ ਦੀਆਂ ਜ਼ਿਆਦਤੀਆਂ ਬਾਰੇ ਉਹਨਾਂ ਨੂੰ ਲੈ ਕੇ ਜਾਣ। ਕਿਉਂਕਿ ਹੋਇਆ ਇੱਦਾਂ ਕਿ ਇੱਕ ਤਾਂ ਉੱਥੇ ਇੰਡੀਅਨ ਸਟੇਟ ਦਾ ਜਿਹੜਾ ਦੀ ਮੁਦਾਖਲਤ ਜਾਂ ਜਿਹੜਾ ਦਬਦਬਾ ਜੀ ਉਹਦੇ ਕਰਕੇ ਕਾਫੀ ਮਤਲਬ ਹਿਚਕਿਚਾਹਟ ਦੀ ਨਜ਼ਰ ਆਉਂਦੀ ਹੈ, ਪਰ ਫਿਰ ਵੀ ਗੱਲ ਉੱਥੇ ਪਹੁੰਚਾਈ ਜਾ ਸਕਦੀ ਹੈ, ਉਹਦੇ ਲਈ ਡਿੱਠ ਕੇ ਕੰਮ ਕਰਨ ਦੀ ਲੋੜ ਆ। ਸੋ ਉਮੀਦ ਹੈ ਕਿ ਆਉਂਦੇ ਸਮੇਂ ਦੇ ਵਿੱਚ ਸ਼ਾਇਦ ਇਸ ਤਰ੍ਹਾਂ ਦੀਆਂ ਗੱਲਾਂ ਚੰਗੀਆਂ ਵੀ ਹੋਣ ਉੱਥੇ, ਪਰ ਫਿਲਹਾਲ UN ਤੋਂ ਇਕੱਲੇ ਤੋਂ ਆਸ ਕਰਨੀ ਠੀਕ ਨਹੀਂ ਕਿਉਂਕਿ UN ਹੈ ਕਿ ਅੰਤਰਰਾਸ਼ਟਰੀ ਇੱਕ ਪੰਚਾਇਤ ਹੀ ਹੈ। ਪੰਚਾਇਤ ਵਿੱਚ ਕਈ ਵਾਰੀ ਜਿਹੜੇ ਪੰਚ ਨੇ ਉਹ ਕਈ ਵਾਰੀ ਸੁਹਿਰਦ ਨਹੀਂ ਹੁੰਦੇ, ਸਾਰੇ ਸੁਹਿਰਦ ਨਹੀਂ ਹੁੰਦੇ, ਉਦੋਂ ਸਮੱਸਿਆ ਪੈ ਜਾਂਦੀ। ਸੋ ਲੋਕਾਂ ਨੂੰ ਆਪਣੇ ਤੌਰ 'ਤੇ ਜਿਹੜਾ ਕੰਮ ਜਾਰੀ ਰੱਖਣ ਦੀ ਨਿਰੰਤਰਤਾ ਦੇ ਨਾਲ ਲੋੜ ਹੈ। ਸੋ ਉਹ ਜਿਹੜਾ ਇੱਕ ਹਿਊਮਨ ਰਾਈਟਸ ਦਾ ਝੰਡਾ ਹੈ ਉਸ ਨੂੰ ਸਦਾ ਬੁਲੰਦ ਰੱਖਣ ਇਹ ਜ਼ਰੂਰੀ ਹੈ। ਜਿਹੜਾ ਡਿਆਸਪੋਰਾ ਇੱਥੇ ਬੈਠਾ ਖਾਸ ਤੌਰ 'ਤੇ ਜਿਹਦੇ ਕੋਲ ਥੋੜ੍ਹੀ ਤਾਕਤ ਹੈ, ਜਿਹਦੀ ਥੋੜ੍ਹੀ ਜਿਹੀ ਲੋਕ ਸੁਣਦੇ ਵੀ ਨੇ, ਪਰ ਜਿਹੜਾ ਹੁਣ ਡਿਸਕੋਰਸ ਖੜਾ ਕੀਤਾ ਜਾ ਰਿਹਾ ਕਿ ਬਾਹਰ ਘੱਟ ਗਿਣਤੀਆਂ ਨੇ ਬੈਠੀਆਂ ਥੋੜ੍ਹੀ ਵੋਕਲ ਨੇ ਜਾਂ ਜਿਹੜੇ ਹਿਊਮਨ ਰਾਈਟਸ ਦੀ ਗੱਲ ਕਰਦੇ ਉਹਨਾਂ ਦੇ ਮੂੰਹ ਬੰਦ ਕਰਾਏ ਜਾ ਰਹੇ ਮਿੱਥ ਕੇ ਬੜੀ ਸਕੀਮ ਦੇ ਨਾਲ, ਉਹਦੇ ਕਰਕੇ ਨੁਕਸਾਨ ਬਹੁਤ ਹੋ ਰਿਹਾ। ਸੋ ਚੁਣੌਤੀਆਂ ਵੀ ਨੇ, ਮਤਲਬ ਇੰਨਾ ਸੌਖਾ ਰਸਤਾ ਨਹੀਂਗਾ ਜਿੰਨਾ ਆਪਾਂ ਸਮਝੀ ਬੈਠੇ। ਪਰ ਇੱਕ ਗੱਲ ਅਖੀਰ 'ਚ ਸਮ ਅਪ ਕਰਨ ਤੋਂ ਪਹਿਲਾਂ ਅਸੀਂ ਫਿਰ ਟੋਨੀ ਬੂਟ ਦੀ ਉਸ ਪਹੁੰਚ ਦੀ ਉਸ ਮੇਅਰ ਦੀ ਪਹੁੰਚ ਦੀ ਸ਼ਲਾਘਾ ਕਰਦੇ ਹਾਂ ਜਿਸ ਢੰਗ ਦੇ ਨਾਲ ਉਹਨਾਂ ਨੇ ਦੇਖਿਆ ਕਿ ਨਸਲੀ ਟਿੱਪਣੀਆਂ ਜਿਹੜੀਆਂ ਇੱਕ ਸਿੱਖ ਪਰਿਵਾਰ ਦੇ ਘਰ ਦੇ ਬਾਹਰ ਕੀਤੀਆਂ ਗਈਆਂ, ਜਿਸ ਤਰੀਕੇ ਨਾਲ ਉਹਨਾਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਦੇ ਖਿਲਾਫ ਉਹਨਾਂ ਨੇ ਆਵਾਜ਼ ਉਠਾਈ ਅਤੇ ਆਪਣੇ ਲੋਕਾਂ ਦਾ ਜਿਹੜਾ ਉਹਨਾਂ ਨੂੰ ਕਲਾਵੇ 'ਚ ਲਿਆ। ਲੀਡਰ ਹੋਣੇ ਚਾਹੀਦੇ ਨੇ ਇਸ ਕਿਸਮ ਦੇ ਜਿਹੜੇ ਕਿ ਆਪਣੇ ਲੋਕਾਂ ਨੂੰ ਇਹ ਸੋਚਣ ਰੱਖਣ ਉਹਨਾਂ ਦੇ ਵਿਚਾਰ ਕੇ ਉਹਨਾਂ ਦੇ ਉੱਪਰ ਕਿਸੇ ਵੀ ਕਿਸਮ ਦਾ ਨਸਲੀ ਵਿਰੋਧ ਜਾਂ ਟਿੱਪਣੀਆਂ ਨਹੀਂ ਹੋਣਗੀਆਂ। ਹੁੰਦਾ ਇਸ ਤੋਂ ਉਲਟ ਹੈ। ਅਸੀਂ ਕਈ ਵਾਰ ਦੇਖਦੇ ਹਾਂ ਕਿ ਜੋ ਦਿੱਲੀ ਦੇ ਵਿੱਚ ਆਹ ਘਟਨਾਵਾਂ ਪਿਛਲੇ ਸਮੇਂ ਦੌਰਾਨ ਹੋਈਆਂ, ਉੱਥੋਂ ਦੇ MLA MP ਜਿਹੜੇ ਖੁਦ ਉਸ ਭੀੜ ਦਾ ਹਿੱਸਾ ਸਨ ਜਿਹੜਾ ਇਹੋ ਜਿਹਾ ਨਸਲਵਾਦ ਫੈਲਾ ਰਹੀ ਸੀ, ਯੂਨੀਵਰਸਿਟੀਆਂ ਦੇ ਵਿੱਚ ਘਿਰਾਓ ਕਰਕੇ ਉਹਨਾਂ ਸਟੂਡੈਂਟਸ ਨੂੰ ਕੁੱਟਮਾਰ ਕਰ ਰਹੀ ਸੀ ਅਤੇ ਉਹਨਾਂ ਨੂੰ ਬੜਾ ਉਤਸ਼ਾਹਿਤ ਕੀਤਾ ਗਿਆ। ਇਹ ਜਿਹੜੀ ਦੋਗਲੀ ਨੀਤੀ ਹੈ ਬੜੀ ਖਤਰਨਾਕ ਹੈ। ਅਖੀਰ 'ਚ ਗੁਰਦਰ ਸਿੰਘ ਜੀ ਮੈਂ ਤਾਂ ਇੱਕੋ ਗੱਲ ਕਹੂੰਗਾ ਕਿ ਮਿਸਾਲ ਦੇ ਕੇ ਗੱਲ ਨਹੀਂ ਕਰੂੰਗਾ। ਆ ਪਿਛਲੀ ਕੁਝ ਦਿਨਾਂ ਦੌਰਾਨ ਖਬਰਾਂ ਆਈਆਂ, 2 ਖਬਰਾਂ ਲਗਾਤਾਰ ਜੀ ਕਿ ਕੈਨੇਡਾ ਵਿੱਚ ਕੀ ਹੋਇਆ ਕਿ ਜਿਹੜੇ ਚੀਫ ਆਫ ਸਟਾਫ ਨੇ ਜੀ ਡਿਫੈਂਸ ਦੇ ਜੀ ਉਹਨਾਂ ਨੇ ਫਰਮਾਨ ਕੱਢਿਆ ਹੈਗਾ ਕਿ ਜਿਹੜੇ ਲੋਕ ਨਸਲੀ ਸੋਚ ਰੱਖਦੇ ਫੌਜ ਵਿੱਚ ਉਹਨਾਂ ਦਾ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਕੱਢਿਆ ਜਾਵੇ। ਅਮਰੀਕਾ ਵਿੱਚ ਇੱਕ ਡਿਵੈਲਪਮੈਂਟ ਇਹ ਹੋਈ ਕਿ ਉੱਥੋਂ ਦੇ ਫੌਜੀ ਮਹਿਕਮੇ ਨੇ ਇੱਕ ਫਰਮਾਨ ਜਾਰੀ ਕੀਤਾ ਕਿ ਜਿਹੜੇ ਕੌਨਫੈਡਰੇਟ ਝੰਡੇ ਆ, ਜਿਹੜਾ ਇੱਕ ਝੰਡਾ ਸਮਰਲੈਂਡ 'ਚੋਂ ਲਾਇਆ ਗਿਆ, ਉਸ ਤਰ੍ਹਾਂ ਦੇ ਝੰਡਿਆਂ ਨੂੰ ਕਿਸੇ ਵੀ ਫੌਜੀ ਛਾਉਣੀ 'ਚ ਝੁਲਾਉਣ ਨਹੀਂ ਦਿੱਤਾ ਜਾਊਗਾ। ਬਿਲਕੁਲ ਉੱਥੇ ਤਾਂ ਹਾਲਾਤ ਅਮਰੀਕਾ ਕੈਨੇਡਾ ਦਾ ਇਹ ਹੈ ਕਿ ਫੌਜ ਮਤਲਬ ਨਿੱਠ ਕੇ ਕੋਸ਼ਿਸ਼ ਕਰ ਰਹੀ ਕਿ ਸਾਡੇ ਇੱਥੇ ਨਸਲਵਾਦ ਵੜੇ ਨਾ। ਹਾਂਜੀ। ਤੇ ਭਾਰਤ ਵਿੱਚ ਕੀ ਹੋ ਰਿਹਾ, ਉਲਟਾ ਫੌਜ ਵਿੱਚ ਬੈਠੇ ਲੋਕ ਨਸਲਵਾਦ ਫੈਲਾ ਰਹੇ ਹੈ, ਨਫ਼ਰਤ ਫੈਲਾ ਰਹੇ ਘੱਟ ਗਿਣਤੀਆਂ ਦੇ ਖਿਲਾਫ, ਔਰ ਉਹ ਜਿਹੇ ਫੌਜੀ ਅਫਸਰਾਂ ਨੂੰ ਮਤਲਬ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਕੋਈ ਕਸ਼ਮੀਰ ਵਿੱਚ ਜਿਹੜੇ ਲੋਕਾਂ ਨੇ ਸੰਘਰਸ਼ ਕੀਤਾ ਜਾਂ ਕੁਛ ਵੀ ਕੀਤਾ ਉਹਨਾਂ ਦੇ ਖਿਲਾਫ ਕਿਸ ਕਿਸਮ ਦੀ ਬਿਆਨਬਾਜ਼ੀ ਉਹਨਾਂ ਦੀ ਆਈ ਹੈ। ਜੀ ਜੀ। ਫੌਜ ਵਿੱਚ ਕਿਸ ਤਰ੍ਹਾਂ ਦੇ ਹਿੰਦੂਤਵੀ ਤਾਣਾ ਪੇਟਾ ਉਸ ਦਾ ਫੈਲਾਓ ਕਿਵੇਂ ਵਧਿਆ। ਜਿਹੜੇ ਸਮਝੌਤਾ ਐਕਸਪ੍ਰੈਸ ਵਿੱਚ ਸ਼ਾਮਿਲ ਸੀ ਫੌਜੀ, ਉਹਨਾਂ ਬਾਰੇ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਫਿਰ ਜਿਹੜੇ ਕਈ ਫੌਜੀ ਜਿਹੜੇ ਰਿਟਾਇਰ ਹੋਏ ਉਹ BJP ਦੀ ਟਿਕਟ 'ਤੇ ਇਲੈਕਸ਼ਨ ਲੜ ਕੇ ਤੇ ਬਾਅਦ 'ਚ ਮੰਤਰੀ ਵੀ ਰਹੇ, ਉਹਨਾਂ ਨੇ ਕਿਸ ਕਿਸਮ ਦੀਆਂ ਬਿਆਨਬਾਜ਼ੀਆਂ ਕੀਤੀਆਂ। ਜੀ। ਸੋ ਇਹ ਬਹੁਤ ਵੱਡਾ ਫਰਕ ਹੈ ਕਿ ਫੌਜ ਇੱਕ ਇਹੋ ਜਿਹੀ ਇੰਸਟੀਟਿਊਸ਼ਨ ਹੈ ਜਿਹੜੀ ਜਦੋਂ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ, ਨਾ ਕਿ ਅਣਸੁਰੱਖਿਅਤ। ਸੋ ਜੇ ਅਣਸੁਰੱਖਿਅਤ ਮਹਿਸੂਸ ਕਰਦੇ ਆ ਤਾਂ ਇਹਦਾ ਮਤਲਬ ਸਾਡੇ ਪੂਰੇ ਢਾਂਚੇ ਦੇ ਵਿੱਚ ਬਹੁਤ ਵੱਡਾ ਨੁਕਸ ਆ ਜਿਸ ਨੂੰ ਦੁਰਸਤ ਕਰਨ ਦੀ ਲੋੜ ਆ। ਇਹ ਗੱਲ ਇਹ ਜ਼ਰੂਰ ਹੈ ਕਿ ਜਿਹੜੀਆਂ ਦੇਸ਼ ਦੇ ਉੱਤੇ ਰਾਸ਼ਟਰ ਦੇ ਉੱਤੇ ਇਹੋ ਜਿਹੀਆਂ ਤਾਕਤਾਂ ਭਾਰੂ ਹੁੰਦੀਆਂ, ਜਿੱਥੇ ਵੀ ਭਾਰੂ ਹੁੰਦੀਆਂ, ਉਹਦਾ ਅੱਜ ਨਹੀਂ ਤਾਂ ਕੱਲ੍ਹ
ਤਬਾਹੀ ਜਿਹੜੀ ਹੈ ਨਿਸ਼ਚਿਤ ਹੈ। ਮੈਂ ਕਦੇ ਕਿਸੇ ਪੁਰਾਣੇ ਸ਼ਾਇਰ ਦੀਆਂ ਜਿਹੜੀਆਂ ਸਤਰਾਂ ਪੜ੍ਹ ਰਿਹਾ ਸੀ, ਉਹ ਪੜ੍ਹਦੇ ਅੱਜ ਵੀ ਜਦੋਂ ਮੈਂ ਦੇਖਦਾ, ਜਦੋਂ ਵਾਰ-ਵਾਰ ਅਸੀਂ ਜ਼ਿਕਰ ਕਰਦੇ ਹਾਂ, ਕਿਉਂਕਿ ਆਪਣੀ ਜਿਹੜੀ ਜਨਮ ਭੂਮੀ ਹੁੰਦੀ ਹੈ ਉਸ ਦਾ ਦਰਦ ਵੀ ਹੁੰਦਾ ਹੈ। ਭਾਰਤ ਜਿੱਥੇ ਅਸੀਂ ਸਾਰੇ ਜੰਮੇ ਪਲੇ ਹਾਂ, ਪੰਜਾਬ ਜਿਹੜੀ ਸਾਡੀ ਉਹ ਸਰਜ਼ਮੀਨ ਹੈ, ਅੱਜ ਅਸੀਂ ਉਹਨੂੰ ਬਰਬਾਦ ਹੁੰਦਾ ਜਦੋਂ ਦੇਖਦੇ ਹਾਂ ਤਾਂ ਦੁੱਖ ਹੁੰਦਾ ਹੈ। ਜਿੱਥੇ ਵੀ ਅਸੀਂ ਬੈਠੇ ਹਾਂ ਇਹ ਸਾਡੀ ਕਰਮ ਭੂਮੀ ਹੈ। ਪਰ ਜਦੋਂ ਇਹ ਗੱਲ ਕਿਸੇ ਸ਼ਾਇਰ ਨੇ ਕਹੀ ਨਾ ਸਮਝੋਗੇ तो मिट जाओगे ऐ हिंदुस्तान वालो तुम्हारी दास्तां तक ना होगी दास्तानों में। ये दर्द ਜਦੋਂ ਬਿਆਨ ਕੀਤਾ ਨਾ, ਇਹ ਗੱਲ ਸੱਚਮੁੱਚ ਸੀ। ਇਹ ਨਹੀਂ ਸੀ ਕਿ ਉਹ ਉਸ ਮੁਲਕ ਨੂੰ ਨਫ਼ਰਤ ਕਰਦਾ ਸੀ, ਉਹਨੂੰ ਪਤਾ ਸੀ ਅੱਖਾਂ ਦੇ ਸਾਹਮਣੇ ਘਰ ਉਜੜਦਾ ਦੇਖ ਕੇ ਖੌਫ ਪੈਦਾ ਹੁੰਦਾ ਹੈ। ਉਹ ਧਰਤੀ ਜਿਹੜੀ ਨਸਲਵਾਦ ਦੇ ਖਿਲਾਫ 20ਵੀਂ ਸਦੀ ਅਸੀਂ ਕਹੀਏ ਕਿ ਮੱਧਕਾਲ ਦੇ ਵਿੱਚ ਉੱਠੀ ਹੈ, ਉਹ 20ਵੀਂ ਸਦੀ ਦੇ ਵਿੱਚ ਇਹ ਸੰਤਾਪ ਦਾ ਹਿੱਸਾ ਹੈ। ਉੱਥੇ ਨਸਲਵਾਦ ਦੇ ਖਿਲਾਫ ਕਬੀਰ ਉੱਠੇ, ਫਰੀਦ ਉੱਠੇ, ਗੁਰੂ ਨਾਨਕ ਸਾਹਿਬ ਉੱਠੇ, ਰਵਿਦਾਸ ਜੀ ਉੱਠੇ। ਉੱਥੇ ਸਾਰੇ ਨਸਲਵਾਦ ਦੇ ਖਿਲਾਫ ਉੱਠੇ। ਉਹ ਇੱਕ ਲਹਿਰ ਚੱਲੀ ਕਿ ਸਾਰੇ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ। ਉੱਥੇ ਮਾਨਸ ਕੀ ਜਾਤ ਸਭ ਹੈ ਏਕੋ ਪਹਿਚਾਨਵੋ ਦੀ ਗੱਲ ਚੱਲੀ। ਉੱਥੇ ਰੱਬੁਲ ਆਲਮੀਨ ਦੀ ਗੱਲ ਚੱਲੀ, ਵਾਸੁਦੇਵ ਕੁਟੁੰਬਕਮ ਦੀ ਗੱਲ ਕੀਤੀ। ਅੱਜ ਉਹ ਵਾਸੁਦੇਵ ਕੁਟੁੰਬਕਮ ਕਿੱਥੇ ਹੈ? ਕਹਿਣ ਵਾਲੇ ਜਿਹੜੇ ਉਹੀ ਜੇ ਇਹ ਨਸਲਵਾਦ ਨੂੰ ਫੈਲਾਉਣਗੇ ਤਾਂ ਫਿਰ ਦੁਨੀਆ ਦੇ ਵਿੱਚ ਦੇਸ਼ ਦਾ ਨਾਂ, ਤਬਾਹੀ ਦਾ ਨਾਂ ਜਿਹੜਾ ਸਾਹਮਣੇ ਆਏਗਾ। ਤੁਹਾਡੀ ਗੱਲ ਸੁਣ ਕੇ ਮੈਨੂੰ ਗੱਲ ਚੇਤੇ ਆਈ, ਅਰੁੰਧਤੀ ਰਾਏ ਨੇ ਪ੍ਰੋਫੈਸਰ ਜੀ.ਐਨ. ਸਹਿਵਾਗ ਨੂੰ ਪੱਤਰ ਲਿਖਿਆ ਜੀ, ਬਹੁਤ ਖੂਬਸੂਰਤ ਪੱਤਰ ਲਿਖਿਆ ਜੀ। ਉਸ ਵਿੱਚ ਉਹਨੇ ਗੱਲ ਲਿਖੀ ਜਿਹੜੀ ਧਿਆਨ ਮੰਗਦੀ, ਜਿਹੜਾ ਸ਼ਾਇਦ ਤੁਹਾਡੇ ਸਵਾਲ ਦਾ ਉੱਤਰ ਵੀ ਹੋਵੇ ਜੀ। ਉਹ ਸਿੱਧੇ ਤੌਰ ਤੇ ਕਹਿ ਰਹੀ ਕਿ ਅੱਜ ਜਿਹੜਾ ਮੀਡੀਆ ਰੌਲਾ ਪਾ ਰਿਹਾ ਕਿ ਦੇਖੋ ਜੀ ਮਜ਼ਦੂਰ ਭੁੱਖੇ ਮਰ ਰਹੇ ਆ, ਮਜ਼ਦੂਰਾਂ ਨਾਲ ਆਹ ਹੋਇਆ ਵਾਹ ਹੋਇਆ ਕੋਵਿਡ-19 ਦੇ ਮੱਦੇਨਜ਼ਰ ਜੀ। ਇਹਨਾਂ ਨੂੰ ਇਹ ਭੁੱਲ ਗਿਆ ਕਿ ਇਹ ਉਹੀ ਲੋਕ ਨੇ ਜਦੋਂ ਸਾਈ ਬਾਬਾ ਵਰਗੇ ਰੌਲਾ ਪਾ ਰਹੇ ਸੀਗੇ ਕਿ ਤੇਰੀਆਂ ਇਹ ਨੀਤੀਆਂ ਲਾਗੂ ਹੋ ਰਹੀਆਂ ਭਾਰਤ ਵਿੱਚ ਨਵਉਦਾਰਵਾਦੀ ਦੀਆਂ, ਇਹਦਾ ਨੁਕਸਾਨ ਗਰੀਬ ਗੁਰਬੇ ਨੂੰ ਹੋਊਗਾ, ਆਦੀਵਾਸੀਆਂ ਨੂੰ ਹੋਊਗਾ। ਉਦੋਂ ਇਹਨਾਂ ਨੂੰ ਮਾਓਇਸਟ ਗਰਦਾਨਿਆ ਗਿਆ, ਦੇਸ਼ ਵਿਰੋਧੀ ਗਰਦਾਨਿਆ ਗਿਆ। ਅੱਜ ਉਹ ਗੱਲਾਂ ਇਹਨਾਂ ਨੂੰ ਖੁਦ ਕਰਨੀਆਂ ਪੈ ਰਹੀਆਂ ਜਿਹੜੀਆਂ ਸਾਈ ਬਾਬਾ ਕਹਿੰਦਾ ਸੀਗਾ, ਜਿਹਦੇ ਕਰਕੇ ਉਹ ਜੇਲ੍ਹ 'ਚ ਬੈਠਾ। ਸੋ ਕਹਿਣ ਦਾ ਮਤਲਬ ਜਿਹੜੇ ਸੱਚ ਬੋਲਦੇ ਸੀਗੇ ਉਹਨਾਂ ਨੂੰ ਤੁਸੀਂ ਜੇਲ੍ਹਾਂ ਸੁੱਟਦੇ ਹੋ, ਜਿਹੜੇ ਤੁਹਾਨੂੰ ਸਹੀ ਅਰਥਾਂ ਸ਼ੀਸ਼ਾ ਵਿਖਾ ਰਹੇ ਸੀ, ਆਇਨਾ ਵਿਖਾ ਰਹੇ ਸੀ ਵੀ ਤੁਸੀਂ ਉਸ ਸਤਰਾਂ ਵੀ ਸੁਣਾਈਆਂ ਦੇਸ਼ ਭਗਤੀ ਦੀਆਂ। ਸੋ ਬਹੁਤ ਵੱਡਾ ਇੱਕ ਦੁਖਾਂਤ ਹੈ ਕਿ ਜਿਹੜੇ ਲੋਕ ਬਿਹਤਰੀ ਦੀ ਗੱਲ ਕਰ ਰਹੇ ਨੇ ਉਲਟਾ ਉਹਨਾਂ ਨੂੰ ਦੁਸ਼ਮਣ ਮੰਨ ਕੇ ਉਹਨਾਂ ਦੇ ਮੂੰਹ ਬੰਦ ਕੀਤੇ ਜਾ ਰਹੇ। ਜੀ ਜੀ, ਧੰਨਵਾਦ ਗੁਰਪ੍ਰੀਤ ਸਿੰਘ ਜੀ। ਇਹ ਮਨੁੱਖਤਾ ਨੂੰ ਜੋੜਨ ਵਾਲੀ ਗੱਲ ਜਿਹੜੀ ਹੈ ਨਸਲਵਾਦ ਦੇ ਖਿਲਾਫ ਤੁਸੀਂ ਸਾਂਝੀ ਕੀਤੀ, ਸ਼ੁਕਰੀਆ ਜੀ, ਬਹੁਤ ਸ਼ੁਕਰੀਆ। ਸੋ ਅਖੀਰ ਦੇ ਵਿੱਚ ਦੁਨੀਆ ਦੇ ਕਿਸੇ ਕੋਨੇ 'ਚ ਵੀ ਬੈਠੇ ਹੋਈਏ, ਅਸੀਂ ਇੱਕੋ ਹੀ ਫੈਸਲਾ ਕਰੀਏ ਕਿ ਮਨਾਂ ਨੂੰ ਦਿਲਾਂ ਨੂੰ ਜੋੜ ਕੇ ਨਸਲੀ ਵਿਤਕਰਿਆਂ ਨੂੰ ਭੁੱਲ ਕੇ ਇੱਕ ਮੰਚ ਤੇ ਇੱਕ ਮੁੱਠ ਹੋ ਕੇ ਅਸੀਂ ਜਿਉਈਏ। ਜ਼ਿੰਦਗੀ ਦਾ ਇਹੀ ਰਾਜ ਤੇ ਭੇਦ ਹੋਣਾ ਚਾਹੀਦਾ ਹੈ। ਦਿਲ ਦੁਖਾਨਾ ਛੋੜ ਕਰ ਦਿਲ ਰੁਬਾ ਬਣ ਜਾਈਏ, ਅਰੇ ਆਪ ਪੱਥਰ ਕਿਉਂ ਬਣੇ ਹੈ ਆਈਨਾ ਬਣ ਜਾਈਏ। ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਇਹ ਫੈਸਲਾ ਕਰਾਂਗੇ ਤਾਂ ਹੀ ਸਾਡੀ ਜਿਹੜੀ ਹੈ ਕਿਸੇ ਵੀ ਧਰਤੀ ਦੇ ਹਿੱਸੇ ਦੇ ਵਿੱਚ ਹੋਂਦ ਸਹੀ ਬਰਕਰਾਰ ਹੈ। ਅੱਜ ਜਿਹੜੇ ਦੇਸ਼ਾਂ ਦੀਆਂ ਸਰਕਾਰਾਂ ਇਹ ਕੁਝ ਕਰ ਰਹੀਆਂ ਨੇ ਉਹਨਾਂ ਨੂੰ ਕਦੇ ਨਾ ਕਦੇ ਇਸ ਦੀ ਕੀਮਤ ਚੁਕਾਉਣੀ ਪਏਗੀ, ਪਰ ਉਸ ਕੀਮਤ ਦੇ ਵਿੱਚ ਲੋਕਾਂ ਦਾ ਜਦੋਂ ਨੁਕਸਾਨ ਹੋ ਜਾਏਗਾ ਫਿਰ ਬੜਾ ਖਤਰਨਾਕ ਹੈ। ਸੋ ਇਹੋ ਜਿਹੇ ਸਿਆਸਤਦਾਨਾਂ ਨੂੰ, ਸ਼ਾਸਕਾਂ ਨੂੰ ਅਖੀਰ ਦੇ ਵਿੱਚ ਇਹ ਕਹਿਣਾ ਮੁਨਾਸਿਬ ਹੈ, ਜ਼ੋਰੇ ਸਿਤਮ ਮੇਂ ਕੋਈ ਸਾਨੀ ਨਹੀਂ ਤੁਮਾਰਾ, ਜ਼ੋਰੇ सितम में कोई सानी नहीं तुम्हारा, जोरे सितम से लेकिन मुंह मोड़ना भी सीखो, फिर हम भी मान लेंगे तुम साहिबे हुनर हो, फिर हम भी मान लेंगे तुम साहिबे हुनर हो। दिल तोड़ना तो सीखा, दिल जोड़ना भी सीखो, दिल तोड़ना तो सीखा, दिल जोड़ना भी सीखो। आप समूह दर्शकों का बहुत धन्यवाद। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।